ਜਿਵੇਂ ਕਿ ਆਪਾਂ ਕੱਲ ਦੇ ਅਧਿਆਏ ਅੰਦਰ ਸਰਵਣ ਕੀਤਾ ਸੀ ਕਿ ਬਾਦਸ਼ਾਹ ਸ਼ਾਹਜਹਾਨ ਆਪ ਤਿਆਰੀ ਕਰਕੇ ਘੋੜੇ ਦੇ ਉੱਪਰ ਸਵਾਰ ਹੋਣ ਲੱਗਾ। ਇੰਨੇ ਚਿਰ ਨੂੰ ਕਹਿੰਦੇ ਜਿਹੜਾ ਵਜ਼ੀਰ ਖਾਂ ਗੁਰੂ ਦਾ ਸਿੱਖ ਸੀ, ਇਹਦੀ ਫੌਜ ਦੇ ਵਿੱਚ ਭਰਤੀ ਸੀ। ਇਹਨੇ ਕੁਝ ਕੁ ਸਿਪਾਹੀਆਂ, ਕੁਝ ਕੁ ਜਿਹੜੇ ਅਹਿਲਕਾਰ ਸਨ ਵੱਡੇ ਵੱਡੇ, ਉਹਨਾਂ ਨਾਲ ਮਿਲ ਕੇ ਮਤਾ ਪਕਾਇਆ ਵੀ ਬਾਦਸ਼ਾਹ ਦੀ ਤਿਆਰੀ ਚੰਗੀ ਨਹੀਂ ਲੱਗਦੀ। ਉਧਰੋਂ ਗੁਰੂ ਨਾਨਕ ਦਾ ਦਾਰੇ ਜਿਹੜਾ ਅਸੀਂ ਜਾਣਦੇ ਹਾਂ ਅਜ਼ਮਤਾਂ ਦਾ, ਕਰਾਮਾਤਾਂ ਨਾਲ ਭਰਿਆ ਏ, ਇਹ ਤਾਂ ਬਾਦਸ਼ਾਹ ਆਪ ਚੜ੍ਹਾਈ ਕਰਕੇ ਚੱਲਿਆ ਜਿਹੜਾ ਇੰਨੇ ਦੇਸ਼ਾਂ ਦਾ ਰਾਜਾ ਏ। ਜੇ ਕਿਧਰੇ ਹਾਰ ਹੋ ਗਈ, ਇਹ ਐਵੇਂ ਕਿਤੇ ਜਗਤ ਦੇ ਵਿੱਚ ਆਪਣੀ ਥੂ ਥੂ ਕਰਾਵੇਗਾ। ਐਵੇਂ ਕਹਿੰਦੇ ਸਿਪਾਹੀਆਂ ਨੇ ਸੁਣ ਕੇ, ਕੁੰਚ ਬੇਗ ਨੇ ਸੁਣ ਕੇ ਜਾਣਿਆ ਕਿ ਵਜ਼ੀਰ ਖਾਨ ਨੇ ਗੱਲ ਤਾਂ ਸਹੀ ਕਹੀ ਏ। ਐਵੇਂ ਸਾਰੇ ਮਿਲ ਕੇ ਕਹਿੰਦੇ ਬਾਦਸ਼ਾਹ ਦੇ ਕੋਲ ਜਾਂਦੇ, ਸਾਰੀ ਗੱਲ ਨੂੰ ਦੱਸਦੇ। ਕਹਿੰਦੇ ਬਾਦਸ਼ਾਹ ਤੂੰ ਜਾਣਦਾ ਏ ਪਹਿਲੇ 2 ਜੰਗਾਂ ਦੇ ਵਿੱਚ ਗੁਰੂ ਦੇ ਨਾਲ ਜੰਗ ਹੋਈ ਸੀ, ਹਾਰ ਕੇ ਮੁੜਦੀ ਰਹੀ ਤੇਰੀ ਫੌਜ। ਐਵੇਂ ਤੀਸਰੀ ਜੰਗ ਦੇ ਵਿੱਚ ਹੁਣ ਤੂੰ ਆਪ ਚੱਲਿਆ ਏ, ਤੇਰੇ ਕੋਲ ਇੰਨਾ ਰਾਜ ਭਾਗ, ਕਿਸੇ ਵੀ ਆਪਣੇ ਅਹਿਲਕਾਰ, ਕਿਸੇ ਵਜ਼ੀਰ ਨੂੰ ਭੇਜ ਦੇ ਜੰਗ ਦੇ ਲਈ। ਐਵੇਂ ਕਹਿੰਦੇ ਗੱਲਾਂ ਬਾਤਾਂ ਜੀਆਂ ਸੁਣ ਕੇ ਬਾਦਸ਼ਾਹ ਵੀ ਗੱਲਾਂ 'ਚ ਆ ਗਿਆ। ਫਿਰ ਇਹਨੇ ਕਹਿੰਦੇ ਆਪਣੇ ਦਰਬਾਰ ਦੇ ਵਿੱਚ ਸਾਰੇ ਸੂਰਬੀਰਾਂ ਨੂੰ ਸੱਦਿਆ। ਉਸ ਵੇਲੇ ਇੱਕ ਨੰਗੀ ਤਲਵਾਰ ਰੱਖ ਕੇ ਉਹਦੇ ਉੱਪਰ ਬੀੜਾ ਰੱਖ ਦਿੱਤਾ ਕਿ ਕਿਹੜਾ ਸੂਰਬੀਰ ਆ ਕੇ ਤਲਵਾਰ ਨੂੰ ਹੱਥ 'ਚ ਫੜ ਕੇ ਆਪਣੇ ਮੂੰਹ ਦੇ ਵਿੱਚ ਬੀੜਾ ਪਾ ਕੇ ਕਵੇ ਕਿ ਗੁਰੂ ਦੇ ਉੱਪਰ ਮੈਂ ਚੜ੍ਹਾਈ ਕਰਾਂਗਾ। ਐਵੇਂ ਕਵੀ ਜੀ ਕਹਿੰਦੇ ਸੂਰਮੇ ਤਾਂ ਬੜੇ ਮੰਨਦੇ ਸੀ ਆਪਣੇ ਆਪ ਨੂੰ, ਪਰ ਜਦੋਂ ਜਾਣਿਆ ਕਿ ਗੁਰੂ ਦੇ ਨਾਲ ਜੰਗ ਕਰਨੀ, ਕਹਿੰਦੇ ਗੁਰੂ ਦੇ ਪ੍ਰਤਾਪ ਨੂੰ ਵੇਖ ਕੇ ਵੱਡੇ ਵੱਡੇ ਸੂਰਮੇ ਠੰਡੇ ਹੋ ਕੇ ਬੈਠ ਗਏ। ਇਹ ਜਿਹੜੀ ਵਾਰਤਾ ਆਪਾਂ ਕੱਲ ਸਰਵਣ ਕੀਤੀ ਸੀ, ਆਓ ਅੱਗੇ ਕਿਵੇਂ ਲਲਾ ਬੇਗ ਆਪਣੇ ਹੱਥ ਦੇ ਵਿੱਚ ਤਲਵਾਰ ਫੜ ਕੇ ਮੂੰਹ ਦੇ ਵਿੱਚ ਬੀੜਾ ਪਾਉਂਦਾ ਏ, ਕਿਵੇਂ ਚੜ੍ਹਾਈ ਕਰਕੇ ਮਹਾਰਾਜ ਦੇ ਵੱਲ, ਮਾਲਵੇ ਵੱਲ ਨੂੰ ਤੁਰਦਾ। ਉਹ ਸਾਰੀ ਵਾਰਤਾ ਨੂੰ ਆਪਾਂ ਮਨ ਬਿਰਤੀਆਂ ਕਾਗਰ ਕਰਕੇ ਸਰਵਣ ਕਰੀਏ। ਸਾਰੇ ਹੀ ਮਿਲ ਕਰਕੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲਲਾ ਬੇਗ ਕਾਬਲ ਠਕੁਰਾਈ। ਉਹ ਕਵੀ ਜੀ ਕਹਿੰਦੇ ਜਿਹੜਾ ਲਲਾ ਬੇਗ ਜਿਹਦੇ ਕੋਲ ਕਾਬਲ ਦੀ ਠਕੁਰਾਈ, ਕਾਬਲ ਦਾ ਰਾਜ ਭਾਗ ਸੀ, ਸੋ ਗਰਭਤ ਚਿਤ ਲੀਨ ਉਠਾਈ। ਐਵੇਂ ਹੰਕਾਰ ਦੇ ਵਿੱਚ ਆਇਆ ਲਲਾ ਬੇਗ। ਕਹਿੰਦੇ ਉਹਨੇ ਅੱਗੇ ਆ ਕੇ ਸੂਰਮਤਾਈ ਵਿਖਾਈ। ਹੰਕਾਰੀ ਨੇ ਕਹਿੰਦੇ ਹੱਥ 'ਚ ਤਲਵਾਰ ਫੜ ਲਈ। ਤਲਵਾਰ ਮਿਆਨ ਕੋ ਕੀਨਾ। ਐਵੇਂ ਤਲਵਾਰ ਨੂੰ ਫੜ ਕੇ ਮਿਆਨ ਦੇ ਵਿੱਚ ਕਰ ਲਿਆ ਲਲਾ ਬੇਗ ਨੇ। ਸੋ ਗਰਭਤ ਜਿਨਹੁ ਸੁਨਿਓ ਪਾਨ ਮੀਰਾ ਚਰਬ ਸੋ ਲੀਨਾ। ਹਾਂ, ਤੇ ਜਿਹੜਾ ਪਾਣ ਦਾ ਬੀੜਾ ਸੀ ਕਹਿੰਦੇ ਲਲਾ ਬੇਗ ਨੇ ਫਿਰ ਆਪਣੇ ਮੂੰਹ ਦੇ ਵਿੱਚ ਪਾ ਕੇ ਚੱਬਿਆ। ਪ੍ਰਥਮ ਜੋ ਹੈ ਕਾਬਲ ਤੇ ਲਿਆਇਓ। ਕਵੀ ਜੀ ਹੁਣ ਦੱਸਦੇ ਜਿਹੜੇ ਪਹਿਲਾਂ ਘੋੜੇ ਸੰਗਤ ਕਾਬਲ ਤੋਂ ਲੈ ਕੇ ਆਈ ਸੀ, ਮਗ ਮਹਿ ਸਿੱਖ ਜਤ ਕਰ ਜਤਨ ਛੁਪਾਇਓ। ਹਾਂ, ਤੇ ਸਿੱਖਾਂ ਨੇ ਬੜੇ ਯਤਨ ਕਰਕੇ ਇਹ ਦੋਵੇਂ ਘੋੜੇ ਰਸਤੇ ਦੇ ਵਿੱਚ ਲੁਕਾ ਲਏ ਸੀ। ਆਵਤ ਇਸਨੇ ਲੱਖ ਲੀਨਾ। ਹਾਂ, ਉਸ ਵੇਲੇ ਕਵੀ ਜੀ ਕਹਿੰਦੇ ਆ ਲਲਾ ਬੇਗ ਹੀ ਸੀ ਜਿਨੇ ਆਉਂਦੇ ਹੋਏ ਘੋੜਿਆਂ ਨੂੰ ਵੇਖਿਆ ਸੀ। ਲਿਖ ਕਰ ਹਜ਼ਰਤ ਕੋ ਸੁਧ ਦੀਨਾ। ਉਸ ਵੇਲੇ ਨੇ ਹਜ਼ਰਤ ਬਾਦਸ਼ਾਹ ਨੂੰ ਲਿਖ ਕੇ ਆ ਘੋੜਿਆਂ ਦੀ ਸੋਝੀ ਦਿੱਤੀ ਸੀ। ਅਵਗਿਆ ਸ੍ਰੀ ਗੁਰ ਕੇਰੀ। ਉਸ ਵੇਲੇ ਆ ਲਲਾ ਬੇਗ ਨੇ ਗੁਰੂ ਸਾਹਿਬ ਜੀਆਂ ਦੀ ਅਵਗਿਆ ਕੀਤੀ। ਅਤਨ ਹੇਤ ਇਸ ਕੀ ਮਤ ਪ੍ਰੇਰੀ। ਹਾਂ, ਹੁਣ ਕਵੀ ਜੀ ਕਹਿੰਦੇ ਹੁਣ ਤਾਂ ਇਹਦੀ ਮੂਰਖ ਦੀ ਮੱਤ ਮਾਰੀ ਗਈ ਕਿ ਗੁਰੂ ਦੇ ਨਾਲ ਪੰਗਾ ਲੈਣ ਦੇ ਲਈ ਤੁਰਨ ਲੱਗਾ ਏ।
ਕਿ ਗੁਰੂ ਦੇ ਨਾਲ ਜਾ ਕੇ ਮੈਂ ਅੱਗੋਂ ਜੰਗ ਕਰਾਂਗਾ। ਐਵੇਂ ਮੂਰਖ ਦੀ ਕਹਿੰਦੇ ਮਾਤੀ ਮਾਰੀ ਗਈ। ਲਖੀ ਸ਼ਾਹ ਤਰਵਾਰ ਉਠਾਈ। ਉਸ ਵੇਲੇ ਜਦੋਂ ਬਾਦਸ਼ਾਹ ਨੇ ਵੇਖਿਆ ਕਿ ਲਲਾ ਬੇਗ ਨੇ ਹੱਥ 'ਚ ਤਲਵਾਰ ਫੜ ਲਈ, ਤਿੰਨੋਂ ਸਿਰੇ ਪਾਉ ਵਡਿਆਈ। ਉਸ ਵੇਲੇ ਕਹਿੰਦੇ ਬਾਦਸ਼ਾਹ ਨੇ ਲਲਾ ਬੇਗ ਨੂੰ ਸਿਰੋਂ ਪਾਉ ਦੇ ਕੇ ਬੜੀਆਂ ਵਡਿਆਈਆਂ ਦਿੱਤੀਆਂ। ਕੰਚਨ ਲਿਪਤ ਜਰੇ ਵਿੱਚ ਹੀਰੇ। ਹਾਂ, ਜਿਹੜੀ ਕਹਿੰਦੇ ਵੀ ਕੰਚਨ ਸੋਨੇ ਦੇ ਨਾਲ ਲਿਪੀ ਹੋਈ ਤੇ ਹੀਰੇ ਲੱਗੇ। ਦਈ ਤੁਫੰਗ ਕਹੇ ਬਚ ਧੀਰੇ। ਹਾਂ, ਉਹ ਜਿਹੜੀ ਬੰਦੂਕ ਕਹਿੰਦੇ ਲਲਾ ਬੇਗ ਨੂੰ ਦੇ ਦਿੱਤੀ। ਬਹੁ ਮੋਲਾ ਇੱਕ ਦਿਓ ਤੁਰੰਗ। ਹਾਂ, ਫਿਰ ਬੜੇ ਹੀ ਮੁੱਲ ਵਾਲਾ ਇੱਕ ਘੋੜਾ ਵੀ ਦੇ ਦਿੱਤਾ ਇਸ ਨੂੰ। ਕੰਚਨ ਕਟਕ ਜਵਾਹਰ ਸੰਗ। ਹਾਂ, ਤੇ ਨਾਲ ਇੱਕ ਜਿਹੜਾ ਕਹਿੰਦੇ ਜਿਹਦੇ ਵਿੱਚ ਤੀਰ ਪਾਏ ਭੱਥਾ ਦਿੱਤਾ, ਜਿਹਦੇ ਉੱਪਰ ਬੜੇ ਜਵਾਹਰਾਤ ਮੋਤੀ ਲੱਗੇ। ਕਲ ਕੀ ਜਿਗਾ ਬਖਸ਼ ਕਰ ਦੀਨਾ। ਫਿਰ ਨਾਲ ਹੀ ਕਲਗੀ ਦਿੱਤੀ ਜਿਹਦੇ ਉੱਪਰ ਹੀਰੇ ਲੱਗੇ ਨੇ। ਸੰਗਰ ਕੇ ਹਰਕਤ ਕੀਨਾ। ਹਾਂ, ਇਹ ਵੇਖ ਕੇ ਬਾਦਸ਼ਾਹ ਨੇ ਬੜਾ ਖੁਸ਼ ਹੋ ਕੇ ਕਹਿੰਦੇ ਇਹਨੂੰ ਗੁਰੂ ਸਾਹਿਬ ਤੇ ਚੜ੍ਹਾਈ ਕਰਨ ਦੇ ਲਈ ਭੇਜਣ ਲੱਗਾ। ਕਰਿਓ ਸ਼ਾਹ ਦੀਜੈ ਦਲ ਭਾਰੇ। ਹਾਂ, ਐਵੇਂ ਬਾਦਸ਼ਾਹ ਨੇ ਕਿਹਾ ਜਾ ਕੇ ਆਪਣੇ ਅਹਿਲਕਾਰਾਂ ਨੂੰ ਕਿ ਲਲਾ ਬੇਗ ਨੂੰ ਫੌਜਾਂ ਦੇ ਵੱਡੇ ਦਲ ਦੇ ਦੇਵੋ। ਬਿਨ ਅਰ ਮਾਰੇ ਜਾਨ ਨ ਦੀਜੈ ਬਿਨ ਅਰ ਮਾਰੇ। ਹਾਂ, ਤੇ ਗੁਰੂ ਨੂੰ ਕਿਸੇ ਤਰੀਕੇ ਨਾਲ ਵੀ ਕਿਤੇ ਜਾਨ ਨਾ ਦਿਓ, ਭੱਜਣ ਨਾ ਦਿਓ, ਰਣ ਭੂਮੀ ਦੇ ਅੰਦਰ ਫੜ ਕੇ ਮਾਰ ਦਿਓ। ਜੇ ਗੁਰੂ ਗਹਿਓ ਜਾਏ ਤਉ ਆਛੋ। ਹਾਂ, ਜੇ ਕਰਕੇ ਗੁਰੂ ਤੁਹਾਡੇ ਕੋਲੋਂ ਡਰ ਕੇ ਭੱਜ ਜਾਵੇ ਤਾਂ ਚੰਗਾ। ਫੁੱਲ ਮਾਰਨ ਕੇ ਨਾਹਿਨ ਬਾਛੋ। ਹਾਂ, ਫਿਰ ਹਿੱਤ ਦੇ ਵਿੱਚ ਮਾਰਨ ਵਾਸਤੇ ਤੁਸੀਂ ਕਿਸੇ ਤਰੀਕੇ ਦਾ ਵੀ ਜਾਣਿਓ ਨਾ। ਜੇ ਕਿਤੇ ਗੁਰੂ ਭੱਜ ਗਿਆ ਜਾਂ ਫਿਰ ਤੁਸੀਂ ਜਾਂਦਿਆਂ ਹੀ ਫੜ ਲਿਆ। ਕਹੂੰ ਔਰ ਤੇ ਲੀਜੈ ਘੇਰ। ਹਾਂ, ਜਮਾਂ ਪਾਸਿਆਂ ਤੋਂ ਜਾ ਕੇ ਸੂਰਮਿਓ ਗੁਰੂ ਨੂੰ ਘੇਰ ਲਿਓ। ਕਹਿ ਲੀਜੈ ਮਿਲ ਗੈ ਇੱਕ ਬੇਰ। ਇੱਕੋ ਵਾਰੀ ਹੱਲਾ ਕਰਕੇ ਆ ਸਿੱਖਾਂ ਦੇ ਗੁਰੂ ਨੂੰ ਫੜ ਲਿਓ। ਜੇ ਅਨ ਮਨ ਸਭ ਦੇਹ ਦੂਨਾ। ਹਾਂ, ਜੇ ਕਰਕੇ ਲਲਾ ਬੇਗ ਤੂੰ ਜਾ ਕੇ ਗੁਰੂ ਨੂੰ ਜਿੰਦਿਆਂ ਹੀ ਫੜ ਕੇ ਮੇਰੇ ਕੋਲ ਲੈ ਆਵੇ ਤਾਂ ਜਿੰਨਾ ਤੇਰੇ ਨਾਲ ਮੁੱਲ ਕੀਤਾ ਇਹ ਤੋਂ ਦੂਣਾ ਤੈਨੂੰ ਦਵਾਂਗਾ। ਆਪਦੇ ਕਰ ਹਉ ਮਾਨ ਚੂਨਾ। ਹਾਂ, ਹੁਣ ਜਿੰਨਾ ਤੇਰਾ ਮੈਂ ਮਾਣ ਕੀਤਾ, ਤੈਨੂੰ ਸੋਨੇ ਦੀ ਬੰਦੂਕ ਦਿੱਤੀ, ਕਲਗੀ ਦਿੱਤੀ, ਆ ਘੋੜਾ ਦਿੱਤਾ ਏਡਾ ਮਹਿੰਗਾ, ਇਹ ਤੋਂ 4 ਗੁਣਾ ਤੇਰਾ ਮੈਂ ਆਏ ਦਾ ਮਾਣ ਕਰਾਂਗਾ। ਭਾਜ ਨ ਜਾਏ ਕਹੂੰ ਲੈ ਘੋਰੇ। ਹਾਂ, ਵੇਖ ਲਿਓ ਕਿਤੇ ਵੀ ਗੁਰੂ ਭੱਜ ਨਾ ਜਾਵੇ ਘੋੜਿਆਂ ਨੂੰ ਲੈ ਕੇ। ਪਰੋ ਅਚਾਨਕ ਰਣ ਕਰ ਘੋਰੇ। ਆ ਸਾਰੀ ਫੌਜਾਂ ਦੇ ਦਲ ਨੂੰ ਲੈ ਕੇ ਅਚਾਨਕ ਹੀ ਜਾ ਕੇ ਫੜ ਲਿਓ। ਸੁਨ ਕਰ ਬੋਲਤ ਭਾਵਟ ਮਾਨੀ। ਐਵੇਂ ਕਹਿੰਦੇ ਸੁਣ ਕੇ ਜਦੋਂ ਲਲਾ ਬੇਗ ਨੇ ਸੁਣੇ ਤੇ ਹਿਰਦੇ ਦੇ ਵਿੱਚ ਮਨ ਦੇ ਵਿੱਚ ਬੜਾ ਭਾ ਲਿਆਂਦਾ। ਕਹਾਂ ਗੁਰੂ ਹੈ ਮਮ ਅਗਵਾਨੀ। ਕਹਿੰਦੇ ਹੰਕਾਰੀ ਜਿਹਾ ਹੋ ਕੇ ਲਲਾ ਬੇਗ ਕਹਿਣ ਲੱਗਾ, ਬਾਦਸ਼ਾਹ ਮੇਰੇ ਅੱਗੇ ਆ ਗੁਰੂ ਕੀ ਹੈ। ਇੱਕ ਬਾਰ ਵੀ ਹੀਰ ਨ ਪਾਵੋ। ਆ ਜੇ ਕਿਤੇ ਮੈਂ ਆ ਗੁਰੂ ਨੂੰ ਇੱਕ ਵਾਰ ਵੀ ਕਿਤੇ ਆਪਣੀਆਂ ਅੱਖਾਂ ਦੇ ਨਾਲ ਵੇਖ ਲਵਾਂ, ਕਹਿੰਦਾ ਹਉ ਜੀਵਤ ਨ ਧਕਾਵੋ। ਆ ਇਹਨੂੰ ਮਾਰਨਾ ਕੀ, ਮੈਂ ਤਾਂ ਜਿੰਦਿਆਂ ਹੀ ਫੜ ਕੇ ਬਾਦਸ਼ਾਹ ਤੇਰੇ ਅੱਗੇ ਲੈ ਆਵਾਂ। ਲਲਾ ਬੇਗ ਕੋ ਭਰਾਤ ਖਰਿਓ ਹੈ। ਉਸ ਵੇਲੇ ਕਹਿੰਦੇ ਸ਼ਾਹਜਹਾਨ ਨੇ ਵੇਖਿਆ ਕਿ ਲਲਾ ਬੇਗ ਦਾ ਭਰਾ ਵੀ ਕੋਲ ਹੀ ਖੜਾ ਸੀ। ਅਦਰਕ ਕੀ ਤਵ ਦ੍ਰਿਸ਼ਟ ਪਰਿਓ ਹੈ। ਉਸ ਵੇਲੇ ਬਾਦਸ਼ਾਹ ਦੀ ਨਜ਼ਰ ਫਿਰ ਲਲਾ ਬੇਗ ਦੇ ਭਰਾ ਵੱਲ ਪਈ। ਅੰਬਰ ਬੇਗ ਨਾਮ ਤਿਹ ਲੀਨਾ। ਹਾਂ, ਉਸ ਵੇਲੇ ਕਹਿੰਦੇ ਲਲਾ ਬੇਗ ਦੇ ਭਰਾ ਦਾ ਨਾਂ ਕਮਰ ਬੇਗ ਸੀ। ਉਹਨੂੰ ਆਵਾਜ਼ ਮਾਰੀ ਬਾਦਸ਼ਾਹ ਨੇ। ਦਾਨ ਮਾਨ ਦੇ ਕਰ ਸੰਗ ਕੀਨਾ। ਬੜਾ ਹੀ ਦਾਨ ਦੇ ਕੇ, ਪੈਸਾ ਦੇ ਕੇ ਤੇ ਬੜਾ ਸਨਮਾਨ ਕੀਤਾ ਇਹਦਾ। ਦੋਏ ਪੁੱਤਰ ਸੋ ਨਿਕਟ ਖਰੇ ਹੈ। ਹਾਂ, ਕਹਿੰਦੇ ਇਹਨੂੰ ਵੀ ਕਮਰ ਬੇਗ ਨੂੰ ਵੀ ਲਲਾ ਬੇਗ ਦੇ ਨਾਲ ਕਰ ਦਿੱਤਾ। ਫਿਰ ਬਾਦਸ਼ਾਹ ਦੇ 2 ਪੁੱਤਰ ਉਹਦੇ ਕੋਲ ਖੜੇ ਵੇਖੇ। ਕੋ ਭੀ ਪਿਕ ਸੰਗ ਕਰੇ ਹੈ। ਉਹਨਾਂ ਨੂੰ ਵੀ ਵੇਖ ਕੇ ਕਹਿੰਦੇ ਬਾਦਸ਼ਾਹ ਨੇ ਲਲਾ ਬੇਗ ਦੇ ਨਾਲ ਹੀ ਕਰ ਤੋਰ ਦਿੱਤਾ। ਕਾਸਮ ਬੇਗ ਸ਼ਮਸਾ ਬੇਗ। ਐਵੇਂ ਕਹਿੰਦੇ ਕਾਸਮ ਬੇਗ ਤੇ ਸ਼ਮਸ ਬੇਗ। ਤੁਮ ਭੀ ਗਮ ਹੋ ਸੰਗ ਕਰ ਬੇਗ। ਹਾਂ, ਬਾਦਸ਼ਾਹ ਕਹਿਣ ਲੱਗਾ ਤੁਸੀਂ ਦੋਵੇਂ ਵੀ ਇਹਦੇ ਨਾਲ ਹੀ ਜਾਣਾ ਕਰੋ। ਬੇਗ ਲਲਾ ਭਗਨੀ ਕੋ ਨੰਦ। ਹਾਂ, ਉਸ ਵੇਲੇ ਕਹਿੰਦੇ
ਜਿਹੜਾ ਲਲਾ ਬੇਗ ਸੀ ਉਹਦੀ ਭੈਣ ਦਾ ਜਿਹੜਾ ਮੁੰਡਾ ਸੀ। ਸਭ ਤੇ ਜਿਸ ਕੋ ਦੋਹ ਦੇਹ ਬਿਲੰਦ। ਹਾਂ ਕਵੀ ਜੀ ਕਹਿੰਦੇ ਉਸ ਵੇਲੇ ਬਾਦਸ਼ਾਹ ਨੇ ਆ ਲਲਾ ਬੇਗ ਦੇ ਕਹਿੰਦੇ ਭਾਣਜੇ ਵੱਲ ਵੇਖਿਆ, ਜਿਹਦਾ ਬੜਾ ਹੀ ਤਗੜਾ ਬਲੀ ਸਰੀਰ ਸੀ। ਬੱਕਰਾ ਇੱਕ ਹਲਾਲ ਕਰ ਖਾਵੈ। ਆ ਕਹਿੰਦੇ ਇੱਕ ਬੱਕਰਾ ਕੱਲਾ ਹੀ ਹਲਾਲ ਕਰਕੇ ਖਾ ਜਾਂਦਾ, ਕਿਤਕ ਅੰਨ ਜੁਤ ਤਪ ਤ੍ਰਿਖਤਾਵੈ। ਤੇ ਬੜਾ ਹੀ ਅੰਨ ਕਹਿੰਦੇ ਖਾਣ ਦਾ ਵੈਰੀ ਸੀ। ਲਗ ਘਟਕਾ ਸਮ ਸਿਰ ਜਿਸ ਕੇਰਾ। ਆ ਕਵੀ ਜੀ ਕਹਿੰਦੇ ਮੰਨੋ ਇਹਦਾ ਸਿਰ ਛੋਟੇ ਜਿਹੇ ਘੜੇ ਵਰਗਾ ਸੀ। ਸਭ ਮਹਿ ਗਿਨੀਅਤ ਓਜ ਬਡੇਰਾ। ਆ ਸਾਰਿਆਂ ਦੀ ਜੇ ਕਹਿੰਦੇ ਗਿਣਤੀ ਕਰੀਏ ਸੂਰਮਿਆਂ ਦੀ, ਬਲ ਵਾਲਿਆਂ ਦੀ, ਇਹ ਸਾਰਿਆਂ ਤੋਂ ਪਹਿਲੇ ਨੰਬਰ ਤੇ ਆਉਂਦਾ ਸੀ ਬਲ ਵਿੱਚ। ਗਹੇ ਰਜਤ ਭਣ ਹਰਫ ਮਿਟਾਵੈ। ਹਾਂ ਕਹਿੰਦੇ ਹੱਥ ਦੇ ਵਿੱਚ ਇੱਕ ਸਿੱਕਾ ਲੈ ਕੇ ਉਹਦੇ ਉੱਪਰ ਜੋ ਵੀ ਕੁਝ ਲਿਖਿਆ ਹੁੰਦਾ ਤਲੀਆਂ ਦੇ ਨਾਲ ਮਲ ਦਿੰਦਾ। ਸਿਮਰ ਚੀਰ ਕਰ ਦੋਏ ਬਣਾਵੈ। ਐਡਾ ਬਲੀ ਕਹਿੰਦੇ ਆਪਣੇ ਹੱਥਾਂ ਨਾਲ ਜਿਹੜੀ ਢਾਲ ਸੀ ਉਹਨੂੰ ਫੜ ਕੇ ਦੋ ਫਾੜ ਕਰ ਦਿੰਦਾ। ਕਿਤਿਆ ਦਿਕ ਬੜ ਥਲ ਜਿਸ ਮਾਹੀ। ਹਾਂ ਕਵੀ ਜੀ ਕਹਿੰਦੇ ਜਿਹਦੇ ਵਿੱਚ ਐਡਾ ਜ਼ਿਆਦਾ ਬਲ ਸੀ। ਹਜ਼ਰਤ ਕਹਿਓ ਹੇਰ ਕਰ ਤਾਹੀ। ਉਸ ਵੇਲੇ ਬਾਦਸ਼ਾਹ ਨੇ ਲਲਾ ਬੇਗ ਦੇ ਭਾਣਜੇ ਵੱਲ ਵੇਖ ਕੇ ਇਉਂ ਗਿਆ, ਤੁਮਾ ਤੁਲ ਕੇ ਸੰਗ ਸਿਧਾਰੋ। ਕਹਿਣ ਲੱਗਾ ਤੂੰ ਆਪਣੇ ਮਾਮੇ ਲਲਾ ਬੇਗ ਦੇ ਨਾਲ ਹੀ ਚੱਲ ਪੈ। ਨੀਲਦ ਰਾਜ ਗੁਰੂ ਗਹਿ ਮਾਰੋ। ਹਾਂ ਤੇਰਾ ਸਰੀਰ ਵੇਖਣ ਨੂੰ ਬੜਾ ਬਲੀ ਏ, ਚੌੜੀ ਛਾਤੀ ਏ ਤੇਰੀ, ਗੁਰੂ ਨੂੰ ਵੇਖ ਕੇ ਫੜ ਕੇ ਮਾਰ ਦਵੀਂ। ਅਜਕ ਕਠੋਰ ਕਮਾਨ ਮੰਗਾਈ। ਉਸ ਵੇਲੇ ਬਾਦਸ਼ਾਹ ਨੇ ਕਹਿੰਦੇ ਬੜੀ ਹੀ ਜਿਹੜੀ ਕਠੋਰ ਸਖਤ ਕਮਾਨ ਮੰਗਾ ਲਈ, ਜੁਗ ਦਰਸ਼ਨ ਤੀਰਨ ਭਰਵਾਈ। ਤੇ ਫਿਰ ਭੱਥਾ ਤੀਰਾਂ ਦੇ ਨਾਲ ਭਰ ਕੇ ਇਹਨੂੰ ਦੇ ਦਿੱਤਾ। ਵਸਤਰ ਵਿਭੂਖਨ ਜੁਤ ਬਹੁ ਦੀਨ। ਬੜੇ ਹੀ ਬਸਤਰ ਵਿਭੂਖਣ ਗਹਿਣੇ ਸਾਰੇ ਇਹਨੂੰ ਇਕੱਠੇ ਕਰਕੇ ਦਿੱਤੇ। ਮਾਨ ਪੜੋ ਹਜ਼ਰਤ ਨੇ ਕੀਨ। ਆ ਕਵੀ ਜੀ ਕਹਿੰਦੇ ਬੜਾ ਹੀ ਮਾਣ ਕੀਤਾ ਬਾਦਸ਼ਾਹ ਨੇ ਇਹਦਾ। ਪਹੁੰਚਹੁ ਵੀਰਨ ਕੋ ਸਨਮਾਨਾ। ਆ ਐਵੇਂ ਬਾਦਸ਼ਾਹ ਨੇ ਕਹਿੰਦੇ ਪੰਜ ਜਿਹੜੇ ਵੱਡੇ ਵੀਰ ਸੂਰਮੇ ਸਨ ਇਹਨਾਂ ਨੂੰ ਸਨਮਾਨ ਕੇ ਲਸ਼ਕਰ ਦੀਨੋ ਸੰਗ ਮਹਾਨਾ। ਬੜਾ ਵੱਡਾ ਮਹਾਨ ਫੌਜਾਂ ਦਾ ਦਲ ਦੇ ਕੇ ਇਹਨਾਂ ਪੰਜਾਂ ਜਰਨੈਲਾਂ ਨੂੰ ਆ ਬਾਦਸ਼ਾਹ ਤੋਰਨ ਲੱਗਾ ਹੁਣ। ਸੁਭਟ ਸਹੰਸ ਸਰਪੰਚ ਅਰਤੀਸ। ਐਵੇਂ ਕਵੀ ਜੀ ਕਹਿੰਦੇ 35,000 ਦੀ ਫੌਜਾਂ ਦਾ ਦਲ ਆ ਬਾਦਸ਼ਾਹ ਨੇ ਇਕੱਠਾ ਕੀਤਾ। ਕਰੇ ਸੰਗ ਗਹਿ ਤੁਰਕਨ ਈਸ। ਆ ਉਸ ਵੇਲੇ ਆ ਤੁਰਕਾਂ ਦਾ ਈਸ਼ਵਰ ਬਣਿਆ ਫਿਰਦਾ ਬਾਦਸ਼ਾਹ ਸ਼ਾਹਜਹਾਨ ਇਹਨੇ ਸਾਰੇ ਸਿਪਾਹੀਆਂ ਨੂੰ ਅਹਿਲਕਾਰਾਂ ਨੂੰ ਫੌਜਾਂ ਨੂੰ ਇਕੱਠਾ ਕਰ ਲਿਆ। ਏ ਬੜੇ ਆਏ ਨਿਕਸਿਓ ਬਾਹਰ। ਆ ਐਵੇਂ ਲਲਾ ਬੇਗ ਬੜੀਆਂ ਵਡਿਆਈਆਂ ਲੈ ਕੇ ਕਿਲੇ ਦੇ ਵਿੱਚੋਂ ਕੂਚ ਕਰਨ ਦੇ ਲਈ ਬਾਹਰ ਨਿਕਲ ਆਇਆ। ਲੱਖੋਂ ਨਰ ਮੈਂ ਹੋਸ ਜਾਹਰ। ਐਵੇਂ ਲੱਖਾਂ ਦੀ ਜਿਹੜੀ ਗਿਣਤੀ ਵਿੱਚ ਲੋਕ ਸਨ ਉਹਨਾਂ ਦੇ ਵਿੱਚ ਖੜਾ ਏ। ਲਲਾ ਬੇਗ ਸ੍ਰੀ ਗੁਰਪਗ ਚੜਿਓ। ਆ ਉਸ ਵੇਲੇ ਕਹਿਣ ਲੱਗੇ ਲਲਾ ਬੇਗ ਗੁਰੂ ਸਾਹਿਬ ਜੀਆਂ ਦੇ ਵੱਲ ਨੂੰ ਕੂਚ ਕਰਕੇ ਤੁਰ ਪਿਆ। ਬੜੋ ਵਿਰੋਧ ਸ਼ਾਹ ਸੰਗ ਬੜਿਓ। ਆ ਐਵੇਂ ਬਾਦਸ਼ਾਹ ਦੇ ਅੰਦਰ ਬੜਾ ਹੀ ਵਿਰੋਧ ਜਿਹੜਾ ਵੱਧ ਗਿਆ ਗੁਰੂ ਲਈ। ਨਿਜ ਲਸ਼ਕਰ ਮੈਂ ਦਿਓ ਨਗਾਰਾ। ਹਾਂ ਇਸ ਲਈ ਕਹਿੰਦੇ ਬਾਦਸ਼ਾਹ ਨੇ ਇੱਕ ਨਗਾਰਾ ਦਿੱਤਾ ਆਪਣੇ ਫੌਜਾਂ ਦੇ ਦਲ ਵਿੱਚ। ਸੁਣ ਕਰ ਤਿਆਰ ਹੋਏ ਦਲ ਸਾਰਾ। ਹਾਂ ਜਦੋਂ ਲਲਾ ਬੇਗ ਦੀ ਤਿਆਰੀ ਹੋ ਗਈ ਫਿਰ ਨਗਾਰੇ ਦੀ ਹਿੱਕ ਤੇ ਚੋਟਾਂ ਵੱਜੀਆਂ। ਇਸ ਆਵਾਜ਼ ਨੂੰ ਸੁਣ ਕੇ ਕਹਿੰਦੇ ਸਾਰੀ ਫੌਜ ਤਿਆਰ ਹੋ ਗਈ। ਸਭ ਹਿਨ ਜੀਨ ਤੁਰੰਗ ਡਾਰੇ। ਸਾਰੇ ਜਿੰਨੇ ਫੌਜਾਂ ਦੇ ਵੱਡੇ ਵੱਡੇ ਜਰਨੈਲ ਨੇ ਘੋੜੇ ਦੀ ਪਿੱਠ ਦੇ ਉੱਪਰ ਕਾਠੀਆਂ ਪਾ ਕੇ ਤਿਆਰ ਹੋ ਗਏ। ਵਸਤਰ ਸ਼ਸਤਰ ਤੂਰ ਨਹੀਂ ਧਾਰੇ। ਸਾਰੇ ਹੀ ਕਹਿੰਦੇ ਬਸਤਰਾਂ ਸ਼ਸਤਰਾਂ ਹਥਿਆਰਾਂ ਨਾਲ ਲੈਸ ਹੋ ਕੇ ਤੁਰ ਪਏ। ਸੁਨ ਹਜ਼ਰਤ ਨਰ ਭਲੋ ਬਿਠਾਇਓ। ਆ ਉਸ ਵੇਲੇ ਹਜ਼ਰਤ ਨੇ ਇੱਕ ਜਿਹੜਾ ਵਿਅਕਤੀ ਸੀ ਲਲਾ ਬੇਗ ਦੇ ਕੋਲ ਭੇਜਿਆ। ਲਲਾ ਬੇਗ ਨੀਕੋ ਸਮਝਾਇਓ। ਆ ਕਹਿਣ ਲੱਗਾ ਕਿ ਲਲਾ ਬੇਗ ਨੂੰ ਚੰਗੇ ਤਰੀਕੇ ਨਾਲ ਜਾ ਕੇ ਸਮਝਾ ਦੇ। ਮਗ ਮਹਿ ਬਿਲਮ ਨ ਕਰੀਐ ਕੈਸੇ। ਆ ਜਾ ਕੇ ਕਹਿ ਦੇ ਕਿ ਰਸਤੇ ਦੇ ਵਿੱਚ ਕਿਤੇ ਵੀ ਰੁਕਣਾ ਨਾ ਕਰੀ, ਐਵੇਂ ਦੇਰੀ ਹੋ ਜਾਵੇਗੀ। ਲਵਨ ਦੂਰਨ ਪਹੁੰਚੋ ਜੈਸੇ। ਆ ਜਾਣਾ ਬੜੀ ਦੂਰ ਏ, ਪੈਂਡਾ ਬੜਾ ਲੰਮਾ ਏ, ਐਵੇਂ ਰਸਤੇ ਦੇ ਵਿੱਚ ਕਿਤੇ ਰੁਕ ਕੇ ਐਵੇਂ ਦੇਰੀ ਕਰੇਗਾ। ਰਾਮ ਪਾਏ ਕਰ ਜਾਏ ਭਲਾਏ। ਹਾਂ ਐਵੇਂ ਕਹਿੰਦੇ ਉਹ ਜਿਹੜਾ ਵਿਅਕਤੀ ਸੀ ਛੇਤੀ ਨਾ ਗਿਆ ਤੇ ਜਾ ਕੇ ਲਲਾ ਬੇਗ ਨੂੰ ਸਾਰੀ ਵਾਰਤਾ ਦੱਸੀ। ਇਕ ਲਸ਼ਕਰ ਬਹੁ ਨਹਿ ਠਹਿਰਾਏ। ਹਾਂ ਲਲਾ ਬੇਗ ਕਹਿ ਲੱਗਾ ਬਾਦਸ਼ਾਹ ਨੂੰ ਜਾ ਕੇ ਕਹਿ ਦੇਵੋ ਐਵੇਂ ਮਨ ਦੇ ਵਿੱਚ ਕੋਈ ਚਿੰਤਾ ਨਾ ਕਰੇ, ਮੈਂ ਰਸਤੇ ਦੇ ਵਿੱਚ ਫੌਜਾਂ ਦੇ ਦਲ ਨਾਲ
ਕਿਤੇ ਵੀ ਰੁਕਾਂਗਾ ਨਹੀਂ। ਸਹਿ ਦੀਰਘ ਜੰਗਲ ਜਬੈ ਆ ਛੇਤੀ ਦੇ ਨਾਲ ਹੀ ਜੰਗਲ ਦੇ ਵਿੱਚ ਜਾ ਕੇ ਮਾਲਵੇ ਵਿੱਚ ਪ੍ਰਵੇਸ਼ ਕਰਾਂਗਾ। ਮੁਸ਼ਕਲ ਹੋਏ ਖੋਜ ਨੋ ਤਬੈ ਐਵੇਂ ਬਾਦਸ਼ਾਹ ਨੇ ਵੀ ਕਿਹਾ ਕਿ ਜੇ ਕਿਤੇ ਗੁਰੂ ਜੰਗਲ ਦੇ ਵਿੱਚ ਵੜ ਗਿਆ ਉੱਥੇ ਲੱਭਣਾ ਬੜਾ ਔਖਾ ਹੋ ਜਾਵੇਗਾ। ਨਹਿ ਜਹ ਜਲ ਤਹ ਦਲ ਨਹਿ ਜਾਏ ਕਿਉਂਕਿ ਜੰਗਲ ਦੇ ਵਿੱਚ ਦਲ ਭਾਰੀ ਹੈ ਤੇਰਾ ਤੇ ਜੰਗਲ ਦੇ ਵਿੱਚ ਕਿਤੇ ਜਾਇਆ ਨਹੀਂ ਜਾਵੇਗਾ। ਬਨੇ ਮਵਾਸ ਕਹੂੰ ਸਰ ਪਾਏ ਉੱਥੇ ਜਾ ਕੇ ਕਿਸੇ ਵੀ ਤਰੀਕੇ ਨਾਲ ਗੁਰੂ ਨੂੰ ਲੱਭਿਆ ਨਹੀਂ ਜਾਵੇਗਾ। ਫਿਰ ਐਵੇਂ ਕਿਤੇ ਵਾਪਸ ਮੁੜਨਾ ਪਵੇਗਾ। ਜੇ ਨਹਿ ਭਾਜੈ ਬਨੈ ਦਲੇਰ ਜੇ ਕਿਤੇ ਗੁਰੂ ਭਜਿਆ ਨਾ ਤੇ ਵੱਡਾ ਸੂਰਮਾ ਬਣ ਕੇ ਤੇਰੇ ਨਾਲ ਲੜ ਪਿਆ। ਤੁਮਰੇ ਪਹੁੰਚਨ ਮੈਂ ਹੋਏ ਦੇਰ ਤੇ ਉਧਰੋਂ ਤੇਰੇ ਪਹੁੰਚਣ ਦੇ ਵਿੱਚ ਜੇ ਕਿਤੇ ਦੇਰੀ ਹੋ ਗਈ ਤੇ ਗੁਰੂ ਫੌਜਾਂ ਦਾ ਦਲ ਵੱਡਾ ਕਰ ਲਵੇਗਾ। ਸੈਨਾ ਲੇਖ ਸਕੇਲ ਵਿਸਾਲਾ ਉਸ ਵੇਲੇ ਗੁਰੂ ਆਪਣੀ ਸੈਨਾ ਦੇ ਜਿਹੜੇ ਸੂਰਮੇ ਨੇ ਉਹਨਾਂ ਨੂੰ ਹੋਰ ਸੱਦ ਲਵੇਗਾ। ਸਿੱਖੇ ਆਪਣੇ ਕਹਿ ਧਨ ਦੇ ਜਾਲਾ ਬਾਦਸ਼ਾਹ ਕਹਿੰਦਾ ਐਵੇਂ ਗੁਰੂ ਜੇ ਦੇਰੀ ਜ਼ਿਆਦਾ ਹੋ ਗਈ ਆਪਣੇ ਸਿੱਖਾਂ ਨੂੰ ਬੜਾ ਧਨ ਦੇ ਕਰਕੇ ਸੱਦ ਲਵੇਗਾ। ਲਗਰ ਮਹਿ ਇਹੋ ਜੁਗ ਦੋਸ ਇਸ ਲਈ ਦੇਰੀ ਕਰਨ ਦੇ ਵਿੱਚ ਲਲਾ ਬੇਗ ਇਹ ਜਿਹੜੇ ਦੋ ਦੋਸ਼ ਆਉਂਦੇ ਨੇ, ਜਾਂ ਤਾਂ ਗੁਰੂ ਹੋਰ ਸੂਰਮਿਆਂ ਨੂੰ ਸੱਦ ਲਵੇਗਾ ਜਾਂ ਤਾਂ ਫੌਜਾਂ ਨੂੰ ਬੜਾ ਧਨ ਦੇਵੇਗਾ। ਨਿਫਲ ਹੋਏ ਤਬ ਹਜਰਤ ਰੋਸ ਉਸ ਵੇਲੇ ਕਹਿੰਦੇ ਹਜਰਤ ਨੇ ਰੋਸ ਦੇ ਨਾਲ ਕਹੋ ਭੀ ਆਛੀ ਨਹੀਂ ਇਹ ਨਹੀਂ ਨਾਹੀ ਤੋ ਕਹੋ ਭੀ ਆਛੀ ਇਹ ਨਾਹੀ ਇਸ ਲਈ ਲਲਾ ਵੇਗ ਕਹਿਣ ਲੱਗਾ ਬਾਦਸ਼ਾਹ ਨੂੰ ਜਾ ਕੇ ਕਹਿ ਦੇ ਕਿ ਇਸ ਤਰੀਕੇ ਦੀ ਚਿੰਤਾ ਕਰਨੀ ਤੈਨੂੰ ਚੰਗੀ ਨਹੀਂ ਲੱਗਦੀ। ਯਹ ਸ਼ਮਸ਼ੇਰ ਸਭਾ ਕੇ ਮਾਹੀ ਕਿਉਂਕਿ ਸਭਾ ਦੇ ਵਿੱਚ ਸ਼ਮਸ਼ੀਰ ਤਲਵਾਰ ਨੂੰ ਆਪਣੇ ਹੱਥ ਦੇ ਵਿੱਚ ਮੈਂ ਫੜਿਆ ਸੀ। ਰਹਿਆ ਵਹਿ ਤੁਝ ਕੋ ਇਹੋ ਭਲੀ ਇਸ ਲਈ ਦੂਤ ਕਹਿੰਦਾ ਜੇ ਤੂੰ ਤਲਵਾਰ ਨੂੰ ਫੜਿਆ ਸੀ ਹੁਣ ਜੇ ਤਾਂ ਗੁਰੂ ਨੂੰ ਤੂੰ ਜਿੱਤ ਕੇ ਆਵੇਂਗਾ ਜੰਗ ਦੇ ਵਿੱਚ ਤੇ ਤੇਰੀ ਇੱਜ਼ਤ ਰਹਿ ਜਾਵੇਗੀ। ਗਮਨ ਹਤ ਹੋ ਕੇ ਗੋਹ ਗੁਰ ਬਲੀ ਜੇ ਤਾਂ ਤੇਰੇ ਤੋਂ ਡਰ ਖਾ ਕੇ ਗੁਰੂ ਭੱਜ ਗਿਆ ਤੂੰ ਬਲੀ ਹੋ ਗਿਆ ਤੇ ਫਿਰ ਤਾਂ ਸਹੀ ਗੱਲ ਏ, ਤੇ ਜੇ ਗੁਰੂ ਤੇਰੇ ਉੱਪਰ ਬਲੀ ਹੋ ਗਿਆ ਤੇਰੀ ਹਾਰ ਹੋ ਜਾਵੇਗੀ। ਲਲਾ ਬੇਗ ਤਬ ਕਹਿਓ ਸੁਨਾਏ ਉਸ ਵੇਲੇ ਕਹਿੰਦੇ ਲਲਾ ਬੇਗ ਨੇ ਫਿਰ ਸੁਣਾਇਆ ਸਾਰਿਆਂ ਨੂੰ। ਇਹ ਲਗ ਚਲਿਓ ਜਾਨ ਦਹਿ ਜਾਏ ਕਹਿਣ ਲੱਗਾ ਜਿਹੜੇ ਕਾਰਜ ਦੇ ਲਈ ਹੁਣ ਮੈਂ ਚੜ੍ਹਾਈ ਕਰਕੇ ਚੱਲਿਆ ਹਾਂ ਉਹ ਕਾਰਜ ਨੂੰ ਮੈਂ ਸਰ ਕਰਕੇ ਆਵਾਂਗਾ। ਹਿਰਦੈ ਕਹੋ ਧੀਰਜ ਦੀਜੈ ਹੁਣ ਤੂੰ ਜਾ ਕੇ ਬਾਦਸ਼ਾਹ ਦੇ ਹਿਰਦੇ ਵਿੱਚ ਐ ਚੰਗੇ ਤਰੀਕੇ ਨਾਲ ਧੀਰਜ ਦੇ ਦੇ। ਮਨ ਅਲਪ ਜਾਏ ਜੀ ਲੀਜੈ ਲਲਾ ਵੇ ਕਹਿੰਦੇ ਹੰਕਾਰ ਦੇ ਵਿੱਚ ਆਇਆ ਕਹਿਣ ਲੱਗਾ ਕਿ ਆ ਗੁਰੂ ਦੇ ਕੋਲ ਥੋੜੀਆਂ ਹੀ ਫੌਜਾਂ ਨੇ ਕਿੰਨਾ ਕੁ ਦਾਲੇ ਇਹ ਤਾਂ ਨਿੱਕੀ ਜੀ ਫੌਜ ਹੈ। ਅਲਕ ਜਤਨ ਕਿਉ ਠਾਨ ਤੇ ਐਸੇ ਐਵੇਂ ਬਾਦਸ਼ਾਹ ਇੰਨੇ ਯਤਨ ਕਿਉਂ ਕਰਦਾ ਏ, ਮੈਂ ਤਾਂ ਛੇਤੀ ਨਾ ਜਾ ਕੇ ਹੀ ਫੜ ਲੈਣਾ ਇਹਨਾਂ ਨੂੰ। ਲਖੋ ਸ਼ਤਰ ਮਾਰਿਓ ਹੋਏ ਜੈਸੇ ਲਲਾ ਵੇ ਕਹਿਣ ਲੱਗਾ ਤੂੰ ਬਸ ਜਾਣਨਾ ਕਰ ਮੈਂ ਗਿਆ ਤੇ ਜਾ ਕੇ ਇਹਨਾਂ ਵੈਰੀਆਂ ਨੂੰ ਮਾਰ ਆਵਾਂਗਾ। ਜਮੂ ਕਨ ਮੈਂ ਲੈ ਸੰਗ ਕਿਉਂਕਿ ਮੈਂ ਆਪਣੇ ਨਾਂ ਫੌਜਾਂ ਦਾ ਐਡਾ ਭਾਰੀ ਦਲ ਲਿਆ ਏ। ਦੁਰਗ ਪਵਾਸੇ ਕਰ ਹਉ ਭੰਗ ਭਾਵੇਂ ਇਹਨਾਂ ਦੇ ਵੱਡੇ ਕਿਲੇ ਵੀ ਕਿਉਂ ਨਾ ਹੋਣ ਇਹਨਾਂ ਦੇ ਕਿਲਿਆਂ ਨੂੰ ਵੀ ਮੈਂ ਵੱਡੇ ਵੱਡਿਆਂ ਨੂੰ ਮਿੱਟੀ ਦੇ ਵਿੱਚ ਰੋਲ ਕੇ ਭੰਗ ਕਰ ਦਵਾਂਗਾ। ਸੈਨਾ ਕੋ ਹਨ ਡਾਰੋ ਲੱਖਾਂ ਦੇ ਹਿਸਾਬ ਨਾਲ ਸੈਨਾ ਮੈਂ ਆਪਣੇ ਨਾਲ ਖੜੀ ਏ। ਫਿਰੋਂ ਜੰਗ ਕੇ ਨਾਹਿਨ ਹਾਰੋ ਜੰਗ ਦੇ ਵਿੱਚ ਮੈਂ ਜਿੱਤ ਪਾ ਕੇ ਆਵਾਂਗਾ। ਐਵੇਂ ਗੁਰੂ ਦੇ ਕੋਲ ਹਾਰ ਕੇ ਨਹੀਂ ਮੁੜਦਾ। ਆਗੇ ਕਰੀ ਅਨੇਕ ਲੜਾਈ ਕਿਉਂਕਿ ਅੱਗੇ ਵੀ ਮੈਂ ਕਈ ਵਾਰ ਬੜੀਆਂ ਹੀ ਲੜਾਈਆਂ ਜੰਗਾਂ ਕੀਤੀਆਂ। ਮਾਰਤ ਮਰਤੇ ਅਵਦ ਬਿਤਾਈ ਲਲਾ ਵੇ ਕਹਿਣ ਲੱਗਾ ਕਿਉਂ ਡਰਦੇ ਹੋ, ਅੱਗੇ ਬੜੀਆਂ ਜੰਗਾਂ ਕੀਤੀਆਂ ਨੇ, ਮਾਰਨਾ ਤੇ ਮਰਨਾ ਮੇਰੇ ਲਈ ਇੱਕ ਖੇਡ ਹੀ ਬਣਿਆ ਏ। ਰਹਿ ਜੰਗ ਮਹਿ ਜੀਤ ਹਮਾਰੀ ਤੁਸੀਂ ਬਾਦਸ਼ਾਹ ਨੂੰ ਕਹਿ ਦੋ ਐਵੇਂ ਚਿੰਤਾ ਨਾ ਕਰ ਜੰਗ ਦੇ ਵਿੱਚ ਸਾਡੀ ਜਿੱਤ ਹੋਵੇਗੀ। ਪਰਖਨ ਕੀ ਨਸ ਕੇ ਤਕਬਾਰੀ ਐਵੇਂ ਕਹਿੰਦੇ ਕਈ ਵਾਰ ਪਰਖ ਕਰਨਾ ਕੀਤੀ। ਪਰਖਨ ਕੀ ਨਸ ਕੇ ਤਕਬਾਰੀ ਕਈ ਵਾਰ ਪਰਖ ਕੀਤੀ ਐਵੇਂ ਬਾਦਸ਼ਾਹ ਨੇ। ਕਹੋ ਸ਼ਾਹ ਸੋ ਮੈਂ ਅਬ ਜਾਉਂ ਹੁਣ ਜਾ ਕੇ ਬਾਦਸ਼ਾਹ ਨੂੰ ਕਹਿ ਦੇ ਕਿ ਮੈਂ ਇੱਥੋਂ ਚੱਲਿਆ ਸਾਰੇ ਸੂਰਮਿਆਂ ਦੇ ਵਿੱਚੋਂ ਪਰਖ ਕਰਕੇ ਮੈਂ ਅੱਗੇ ਆਇਆ। ਮਾਰਗ ਮਹਿ ਬਿਲਮ ਲਗਾਉਂ ਰਸਤੇ ਦੇ ਵਿੱਚ
ਕਿਸੇ ਪ੍ਰਕਾਰ ਦੀ ਕੋਈ ਦੇਰੀ ਨਹੀਂ ਲਾਵਾਂਗਾ। ਸੁਨ ਸੋ ਗਇਓ ਕਹਿਓ ਸਭ ਜਾਏ। ਐਵੇਂ ਕਹਿੰਦੇ ਉਹ ਜਿਹੜਾ ਦੂਤ ਭੇਜਿਆ ਸੀ ਬਾਦਸ਼ਾਹ ਨੇ, ਸਾਰੀ ਗੱਲ ਨੂੰ ਸੁਣ ਕੇ ਲਲਾ ਬੇਗ ਦੇ ਕੋਲੋਂ ਵਾਪਸ ਬਾਦਸ਼ਾਹ ਦੇ ਕੋਲ ਗਿਆ। ਨਿਸ਼ਚੇ ਜਾਣਿਓ ਗੁਰ ਕਹਿ ਲਿਆਏ। ਆ ਜਾ ਕੇ ਕਹਿਣ ਲੱਗਾ, ਬਾਦਸ਼ਾਹ ਤੂੰ ਆਪਣੇ ਹਿਰਦੇ 'ਚ ਜਾਣ ਲੈ, ਇਹ ਲਲਾ ਬੇਗ ਗੁਰੂ ਨੂੰ ਫੜ ਕੇ ਲੈ ਆਵੇਗਾ। ਕੈ ਸ਼ਸਤਰਨ ਸੋ ਮਾਰਿਓ ਜਾਏ। ਆ ਨਹੀਂ ਤਾਂ ਫਿਰ ਹਥਿਆਰਾਂ ਦੇ ਨਾਲ ਉੱਥੇ ਜੰਗ ਦੇ ਵਿੱਚ ਹੀ ਗੁਰੂ ਨੂੰ ਮਾਰ ਦਵੇਗਾ। ਹਰਿ ਸਾਵਨ ਤਬ ਫਲ ਪਾਏ। ਫਿਰ ਉਸ ਵੇਲੇ ਘੋੜਿਆਂ ਨੂੰ ਇੱਥੋਂ ਕੱਢਣ ਦਾ ਫਲ ਆਪ ਹੀ ਪਾ ਲਵੇਗਾ। ਸਦਾ ਵਿਖੈ ਬਹੁ ਭਾਰਿ ਉਚਾਰਾ। ਐਵੇਂ ਕਹਿੰਦੇ ਉਹਨੇ ਬੰਦੇ ਨੇ ਆ ਕੇ ਦੂਤ ਨੇ ਸਭਾ ਦੇ ਵਿੱਚ ਬੜੀ ਵਾਰ ਕਿਹਾ। ਆਸ ਤਸ ਕਰ ਨਹਿ ਸੁਨਿਓ ਨਿਹਾਰਾ। ਆ ਕਹਿਣ ਲੱਗੇ, ਇਸ ਤਰੀਕੇ ਦਾ ਚੋਰ ਅੱਜ ਤੱਕ ਅਸੀਂ ਕਦੀ ਸੁਣਿਆ ਨਹੀਂ ਸੀ, ਕਰ ਸਾਲ ਚਰ ਠਗ ਕਰ ਗਇਓ। ਜਿਹਨੇ ਐਡਾ ਛਲ ਕਰਕੇ ਸਾਡੇ ਨਾਂ ਤੇ ਸਾਡੇ ਕੋਲੋਂ ਦੋਵੇਂ ਘੋੜੇ ਹੀ ਲੈ ਕੇ ਚਲਾ ਗਿਆ। ਅਦਿ ਚੰਬਾ ਚਿਤ ਮਹਿ ਕੀਓ। ਅਸੀਂ ਸਾਰਿਆਂ ਨੇ ਆਪਣੇ ਮਨ ਦੇ ਵਿੱਚ ਆ ਜਿਹੜੀ ਵੱਖਰੀ ਹੀ ਗੱਲ ਨੂੰ ਜਾਣਿਆ। ਦੋਹਰਾ ਬਜੇ ਨਗਾਰੇ ਕੂਚ ਕੇ। ਉਸ ਵੇਲੇ ਕਹਿੰਦੇ ਲਲਾ ਬੇਗ ਹੁਣ ਤਿਆਰ ਹੋਇਆ ਤੇ ਜਾਣ ਦੇ ਲਈ, ਕੂਚ ਕਰਨ ਦੇ ਲਈ ਨਗਾਰਿਆਂ ਦੇ ਉੱਪਰ ਚੋਟਾਂ ਵੱਜੀਆਂ। ਕਰ ਸਮਾਜ ਸਭ ਸੰਗ। ਸਾਰਾ ਹੀ ਜਿਹੜਾ ਜੰਗ ਦਾ ਸਾਜੋ ਸਮਾਨ ਹੈ ਲਲਾ ਬੇਗ ਨੇ ਇਕੱਠਾ ਕਰ ਲਿਆ। ਲਲਾ ਬੇਗ ਭੜ ਚੜ ਚਲਿਓ। ਹਾਂ ਹੁਣ ਲਲਾ ਬੇਗ ਸੂਰਮਿਆਂ ਦੇ ਦਲ ਦੇ ਨਾਲ ਕਹਿੰਦੇ ਘੋੜੇ ਉੱਪਰ ਚੜ ਪਿਆ, ਗੁਰੂ ਵੱਲ ਨੂੰ ਕੂਚ ਕਰ ਦਿੱਤੀ। ਅਤ ਗਰਬਤ ਦਲ ਸੰਗ। ਆ ਨਾਲ ਜਿਹੜਾ ਸਾਰਾ ਦਲ ਸੀ ਫੌਜਾਂ ਦਾ, ਕਹਿੰਦੇ ਮਾਨ ਦੇ ਵਿੱਚ ਆਇਆ, ਚੱਲ ਪਿਆ ਸਾਰਾ। ਜਾਓ ਪਈ ਚੱਲੇ ਤੁਰਕ ਜਿਨ ਜਾਤ ਅਨੇਕ। ਐਵੇਂ ਸਾਰੇ ਤੁਰਕ ਚੱਲੇ ਜਿਨ੍ਹਾਂ ਦੀ ਵੱਖੋ ਵੱਖਰੀ ਜਾਤੀ ਸੀ। ਸਭ ਜਈ ਬਡੋ ਦਰ ਏਕ। ਐਵੇਂ ਕਹਿੰਦੇ ਜਨ ਨਾ ਕਰੋ, ਪਠਾਣਾ ਦੀ ਇੱਕ ਜਾਤੀ ਹੈ ਇਸ ਬਈ, ਉਹ ਵੀ ਨਾਲ ਹੀ ਚੱਲ ਪਈ। ਦਾਉ ਜਈ ਰੋਹੇਲੇ ਘਨੇ। ਹਾਂ ਤੇ ਦੂਸਰੀ ਪਠਾਣਾ ਦੀ ਇੱਕ ਜਾਤੀ ਏ ਦਾਉ ਜਈ, ਉਹ ਵੀ ਨਾਲ ਹੀ ਹੈ। ਮਹਾ ਸੁਖਟ ਸੰਜੋਇਨ ਸਨੇ। ਇਹ ਜਿਹੜੇ ਸਾਰੇ ਸੂਰਮੇ ਨੇ ਕਹਿੰਦੇ ਆਪਣੇ ਸਰੀਰਾਂ ਦੇ ਉੱਪਰ ਲੋਹੇ ਦੀਆਂ ਸੰਜੋਆਂ ਪਾਈਆਂ ਨੇ। ਕਾਬਲ ਕੇ ਦਿਲ ਜੇ ਜਿਹ ਕਨ ਕਹੈ। ਐਵੇਂ ਕਾਬਲ ਦੇ ਬੜੇ ਸੂਰਮੇ ਆਏ ਨੇ, ਜਿਨ੍ਹਾਂ ਦੇ ਬੜੇ ਤਗੜੇ ਸਰੀਰ, ਜਿਨ੍ਹਾਂ ਨੂੰ ਗਿਲਜੇ ਕਹਿੰਦੇ ਨੇ। ਤੀਰਤ ਰਾਜ ਜਿਨੋ ਕੇ ਅਹੈ। ਕਵੀ ਜੀ ਕਹਿੰਦੇ ਮੰਨੋ ਜਿਨ੍ਹਾਂ ਦੇ ਸਰੀਰ ਜਿਵੇਂ ਅੱਜ ਅਫਰੀਕਾ ਦੇ ਲੋਕਾਂ ਨੂੰ ਵੇਖਦੇ ਆ, ਬੜੇ ਤਗੜੇ ਸਰੀਰ, ਕਾਲੇ ਜਿਹੇ ਰੰਗ ਦੇ, ਵੱਡੇ ਵੱਡੇ ਬੁੱਲ ਨੇ। ਐਵੇਂ ਕਵੀ ਜੀ ਕਹਿੰਦੇ ਵੱਡੇ ਵੱਡੇ ਸਰੀਰ, ਜਿਨ੍ਹਾਂ ਦੇ ਵੱਡੇ ਨੱਕ ਤੇ ਵੱਡੇ ਬੁੱਲ ਹਨ। ਆਨਕ ਸਭ ਪਸਵਨ ਕੋ ਭਖਿਆਤ। ਇਹ ਸਾਰੇ ਪਸ਼ੂਆਂ ਨੂੰ ਮਾਰ ਕੇ ਖਾਣਾ ਕਰਦੇ ਨੇ। ਸ਼ੂਕਰ ਤੇ ਰਖਿਆ ਰਖਿਅਤ। ਬਸ ਸੂਰ ਦਾ ਚਾਮੀ ਨਹੀਂ ਖਾਂਦੇ, ਬਾਕੀ ਸਾਰੇ ਹੀ ਪਸ਼ੂਆਂ ਨੂੰ ਖਾ ਜਾਂਦੇ। ਪਸੁਨ ਸਮਾਨ ਬ੍ਰਿਤੀ ਜਿਨ ਚੀਨੇ। ਇਹਨਾਂ ਦੀ ਸਾਰਿਆਂ ਦੀ ਬਿਰਤੀ ਕਹਿੰਦੇ ਪਸ਼ੂਆਂ ਵਰਗੀ ਸਮਝੋ। ਨਿਰਦਈ ਮਹਾਮਤ ਹੀਨੇ। ਤੇ ਬੜੇ ਨਿਰਦਈ ਨੇ, ਇਹਨਾਂ ਦੇ ਹਿਰਦੇ ਦੇ ਵਿੱਚ ਜਰਾ ਜਿੰਨੀ ਵੀ ਕਹਿੰਦੇ ਦਰਦ ਨਹੀਂ। ਸਭ ਲਾਇਕ ਕੇ ਤਨਕਾਰੇ। ਇਸ ਤਰੀਕੇ ਜਿਹੜੇ ਸਾਰੇ ਸੂਰਮੇ ਨੇ, ਕਸ਼ਮੀਰ ਦੇ ਇਲਾਕੇ ਦੇ ਵੀ ਜਿਹੜੇ ਬੜੇ ਬਲੀ ਸੂਰਮੇ, ਉਹ ਵੀ ਨਾਲ ਹੀ ਚੱਲ ਪਏ। ਮਹਾਮਲੇਸ਼ ਮਹਾਬਲਵਾਰੇ। ਐਵੇਂ ਵੱਡੇ ਵੱਡੇ ਮੁਗਲ, ਵੱਡੇ ਵੱਡੇ ਮਲੇਸ਼, ਬੜੇ ਹੀ ਬਲ ਵਾਲੇ। ਮੋਟੇ ਨਾਕ ਓਠ ਜਿਨ ਕੇਰੇ। ਆਣ ਕਵੀ ਜੀ ਇੱਥੇ ਦੱਸਦੇ ਜਿਨ੍ਹਾਂ ਦੇ ਵੱਡੇ ਵੱਡੇ ਨੱਕ ਤੇ ਵੱਡੇ ਵੱਡੇ ਬੁੱਲ ਹਨ। ਕਹਿਓ ਨ ਸਮਝਹਿ ਮੰਦ ਵਡੇਰੇ। ਕਿਸੇ ਦੀ ਵੀ ਕਈ ਗੱਲ ਨੂੰ ਸਮਝਦੇ ਨਹੀਂ, ਬੜੇ ਹੀ ਮੂਰਖ ਹਨ। ਕੇਤਿਕ ਪਰਨ ਦੇਹ ਕੋ ਪੂਰੇ। ਕਈ ਵਾਰ ਕਹਿੰਦੇ ਜਿਹਦੇ ਵੱਲ ਵੀ ਐ ਮਾੜੀ ਨਿਗਾਹ ਦੇ ਨਾਲ ਵੇਖ ਲੈਂਦੇ। ਔਰ ਕਸ਼ਮੀਰ ਆਦ ਬਸ ਭੂਰੇ। ਐਵੇਂ ਕਸ਼ਮੀਰ ਦੇ ਇਲਾਕੇ ਦੇ ਜਿਹੜੇ ਵੱਡੇ ਵੱਡੇ ਜਿਹੜੇ ਆਂਦੇ ਬਲੀ ਕਾਲੇ ਰੰਗ ਦੇ ਹਨ। ਕਾਚੋ ਮਾਸ ਖਾਹੇ ਸੁਖ ਕੇ ਕਰੈ। ਐਵੇਂ ਕੱਚਾ ਹੀ ਮਾਸ ਖਾ ਜਾਂਦੇ ਪਸ਼ੂਆਂ ਦਾ। ਕਸਤੋ ਬੋਲਤ ਸਮਝ ਨਾ ਪਰੈ। ਐਵੇਂ ਆਪਣੇ ਮੁਖ ਦੇ ਵਿੱਚੋਂ ਕਹਿੰਦੇ ਅਫਰੀਕਾ ਦੀ ਭਾਸ਼ਾ ਪਸ਼ਤੋ ਬੋਲਦੇ। ਤੁਰਕੀ ਤੁਰੇ ਤਰੇ ਤੁਰੰਗਮ ਤੋਰੈ। ਐਵੇਂ ਕਹਿੰਦੇ ਹੋਰ ਜਿਹੜੇ ਤੁਰਕੀ ਹਨ, ਉਹ ਆਪਣੇ ਮੁਖ ਦੇ ਵਿੱਚੋਂ ਆਪਣੀ ਭਾਸ਼ਾ ਬੋਲਦੇ, ਕਿਸੇ ਨੂੰ ਸਮਝ ਨਹੀਂ ਲੱਗਦੀ। ਐਵੇਂ ਤੁਰਕੀ ਘੋੜਿਆਂ ਤੇ ਸਵਾਰ ਹੋ ਗਏ, ਜਿਹੜੇ ਤੁਰਕ ਤੋਂ ਲਿਆਂਦੇ ਸਨ। ਗਮਨਹਿ ਬਡ ਮਗ ਥਕਤ ਬਡੇਰੇ। ਐਡੇ ਵੱਡੇ ਘੋੜੇ ਕਹਿੰਦੇ
ਰਸਤੇ ਦੇ ਵਿੱਚ ਚੱਲਦੇ ਹੋਏ ਕਿਤੇ ਥੱਕਦੇ ਨਹੀਂ। ਧਰਮਕ ਬਾਂਧੇ ਸਭਨ ਅਗੇਰੇ ਤੇ ਸਾਰਿਆਂ ਨੇ ਘੋੜੇ ਦੇ ਅਗਲੇ ਪਾਸੇ ਟੱਲੀਆਂ ਬੰਨੀਆਂ ਨੇ। ਲਾ ਕਰਤ ਬਜਾਏ ਵਡੇਰੇ ਹਾਂ ਤੇ ਜਦੋਂ ਘੋੜੇ ਭੱਜਦੇ ਤੇ ਇਹਨਾਂ ਦੀ ਬੜੀ ਆਵਾਜ਼ ਆਉਂਦੀ। ਬਾਜੇ ਅਨਕ ਬਜਾਵਤ ਚੱਲੇ ਐਵੇਂ ਕਈ ਪ੍ਰਕਾਰ ਦੀਆਂ ਬਾਜੀਆਂ ਵਾਜੇ ਵਜਾਉਂਦੇ ਨੇ। ਤੂਰ ਤੁਰਮ ਰਣ ਸਿੰਘੇ ਭੱਲੇ ਐਵੇਂ ਬੜੇ ਨਗਾਰੇ ਤੂਰ ਤੁਰਮ ਤੇ ਰਣ ਸਿੰਘੇ ਜਦੋਂ ਵੱਜਦੇ। ਵੱਡੇ ਤਮਾਮੇ ਚੋਬ ਲਗੰਤੀ ਤੇ ਵੱਡੇ ਵੱਡੇ ਨਗਾਰਿਆਂ ਦੀ ਕਹਿੰਦੇ ਜਦੋਂ ਹਿੱਕ ਦੇ ਉੱਪਰ ਚੋਟਾਂ ਵੱਜਦੀਆਂ। ਦੇਹਾ ਦੇਹ ਸੈਨ ਗਮਨੰਤੀ ਐਵੇਂ ਸੈਨਾ ਦੇ ਕੰਨਾਂ 'ਚ ਜਦੋਂ ਆਵਾਜ਼ ਪੈਂਦੀ ਨਗਾਰਿਆਂ ਦੀ ਤੇ ਸੈਨਾ ਦੇ ਅੰਦਰ ਬੜਾ ਜੋਸ਼ ਆਉਂਦਾ, ਕਾਹਲੀ ਨਾ ਚੱਲਦੀ। ਚੱਲੇ ਤੁਰਕ ਮਤ ਮੰਦ ਗਵਾਰੇ ਐਵੇਂ ਮਾੜੀ ਮੱਤ ਵਾਲੇ ਸਾਰੇ ਤੁਰਕ ਕਹਿੰਦੇ ਗੁਰੂ ਵੱਲ ਨੂੰ ਚੜ੍ਹਾਈ ਕਰਕੇ ਆ ਰਹੇ ਨੇ, ਇਹਨਾਂ ਦੀ ਮੱਤ ਮਾਰੀ ਗਈ। ਆਨ ਲਾਭ ਨਹੀਂ ਕਛੂ ਵਿਚਾਰੇ ਆ ਮਨ ਦੇ ਵਿੱਚ ਵਿਚਾਰਦੇ ਨਹੀਂ ਕਿ ਕੋਈ ਨੁਕਸਾਨ ਹੋ ਜਾਵੇਗਾ। ਜਿਹਦੇ ਗੁਰੂ ਵੱਲ ਚੜ੍ਹਾਈ ਕਰਕੇ ਚੱਲੇ ਹਾਂ ਉਹਦਾ ਦਰ ਬੜਾ ਵੱਡਾ ਏ। ਅਜਮਤਾਂ ਦਾ ਕਰਾਮਾਤਾਂ ਨਾਲ ਭਰਿਆ ਗੁਰੂ ਦਾ ਦਰ ਏ। ਤੇ ਕਵੀ ਜੀ ਕਹਿੰਦੇ ਮੂਰਖ ਆਪਣੀ ਮਤ ਨਾਲ ਵਿਚਾਰਦੇ ਨਹੀਂ ਕਿ ਗੁਰੂ ਨਾਲ ਪੰਗਾ ਲੈਣ ਲਈ ਤੁਰ ਪਏ, ਅੱਗੇ ਰੱਬ ਬੈਠਾ। ਗਏ ਭਏ ਕੁਛ ਗਨ ਮੇ ਅਗਨ ਮਿਲ ਆਗੇ ਐਵੇਂ ਕਹਿੰਦੇ ਕੁਝ ਕੁ ਜਿਹੜੇ ਲੋਕ ਸਨ ਅੱਗੇ ਹੋ ਕੇ ਚੱਲ ਪਏ। ਇੰਦਨ ਭਾਰ ਸਮੁਖ ਤ੍ਰਿਗ ਲਾਗੇ ਐਵੇਂ ਸਾਰੇ ਹੀ ਸੂਰਮੇ ਸੌਂਦੇ ਨਹੀਂ, ਰਸਤੇ ਵਿੱਚ ਕਿਤੇ ਵੀ ਆਪਣੀ ਨੀਂਦ ਨੂੰ ਤਿਆਗ ਦਿੱਤਾ। ਮੁਰਦਾ ਦਾਹ ਦੇਨ ਲੈ ਚੱਲੇ ਐਵੇਂ ਚੱਲ ਪਏ ਕਿ ਗੁਰੂ ਨੂੰ ਜਾ ਕੇ ਫੜ ਕੇ ਮਾਰ ਦਵਾਂਗੇ ਸਾਰੇ। ਕੇ ਜਟਤ ਅਗਾਰੀ ਮਿਲੇ ਐਵੇਂ ਚੜ ਕੇ ਕਹਿੰਦੇ ਇੱਕ ਦੂਜੇ ਨੂੰ ਅੱਗੇ ਹੋ ਕੇ ਮਿਲਣਾ ਕਰਦੇ। ਛੁੱਟੇ ਬਾਰ ਨਾਲ ਲੁਤ ਨਾਵੈ ਐਵੇਂ ਕਹਿੰਦੇ ਜਦੋਂ ਫੌਜਾਂ ਦਾ ਦਲ ਤੁਰਿਆ ਹੁੰਦਾ, ਅਗਲੇ ਪਾਸੇ ਇੱਕ ਮੁਰਦਾ ਜਿਹਾ ਵੇਖਿਆ ਜਿਹਨੇ ਕੋਲ ਕੁਝ ਕੁ ਇਸਤਰੀਆਂ ਖੜੀਆਂ ਹੋ ਕੇ ਆਪਣੇ ਵਾਲਾਂ ਨੂੰ ਖਿਲਾਰ ਕੇ ਕਹਿੰਦੇ ਰੋ ਰਹੀਆਂ ਹਨ। ਮਮਤ ਬੰਨੀ ਕੂ ਗਾਵੈ ਹਾਂ ਤੇ ਸਿਵੇ ਦੇ ਕੋਲ ਖਲੋ ਕੇ ਬੜੀ ਉੱਚੀ ਆਵਾਜ਼ ਦੇ ਵਿੱਚ ਰੋਣ ਦੀ ਆਵਾਜ਼ ਆਉਂਦੀ। ਬੋਲ ਉੱਠੇ ਜਹੂ ਤਿਸ ਖਰਾ ਐਵੇਂ ਚਾਰੇ ਪਾਸਿਆਂ ਤੋਂ ਬੜਾ ਹੀ ਸ਼ੋਰ ਆਉਂਦਾ। ਕਵੀ ਜੀ ਕਹਿੰਦੇ ਜਾਣਦੇ ਨਹੀਂ ਕਿ ਇਹ ਭਾਰੀ ਅਪਸ਼ਗਨ ਹੋ ਗਿਆ ਇਹਨਾਂ ਲਈ। ਗੁਰੂ ਦੇ ਨਾਲ ਮੱਥਾ ਲਾਉਣ ਦੇ ਲਈ ਤੁਰੇ ਨੇ, ਪਰ ਰਸਤੇ ਦੇ ਵਿੱਚ ਹੀ ਐਨੀਆਂ ਔਂਕੜਾਂ ਆ ਗਈਆਂ। ਲਖਤ ਨ ਮੰਦ ਜਾਹੇ ਗੁਰ ਔਰ ਆ ਫਿਰ ਵੀ ਆ ਮੂਰਖ ਮੱਤ ਵਾਲੇ ਜਾਣਦੇ ਨਹੀਂ, ਗੁਰੂ ਦੇ ਵੱਲ ਚੜੀ ਜਾਂਦੇ ਨੇ। ਕਹੂੰ ਚਾਲ ਕਹੂੰ ਪਉ ਕੋਈਆ ਪਾਏ ਆ ਕਹਿੰਦੇ ਕਦੀ ਕਦੀ ਇਹ ਜਿਹੜੇ ਮੁਗਲ ਹੌਲੀ ਹੋ ਜਾਂਦੇ, ਕਦੀ ਬੜੀ ਤੇਜ਼ ਤੁਰਦੇ। ਕਰਤ ਸ਼ੀਘਰਤਾ ਹੈ ਗਮਨਾਏ ਐਵੇਂ ਕਾਹਲੀ ਦੇ ਨਾਲ ਸਾਰਾ ਦਲ ਲੈ ਕੇ ਤੁਰ ਰਹੇ ਨੇ। ਨੀ ਧੂੜ ਰਵ ਬੀਚ ਸਮਾਇਓ ਕਵੀ ਜੀ ਕਹਿੰਦੇ ਜਦੋਂ ਘੋੜੇ ਚੱਲਦੇ ਏਡੀ ਕਾਹਲੀ ਦੇ ਨਾਲ ਤੇ ਧਰਤੀ ਦੇ ਉੱਪਰੋਂ ਧੂੜ ਉੱਡ ਕੇ ਅਸਮਾਨ ਦੇ ਵਿੱਚ ਛਾ ਜਾਂਦੀ। ਮਗਮੈਪੁਰ ਗ੍ਰਾਮਨ ਕੋ ਛਾਇਓ ਐਵੇਂ ਜਿਹੜੇ ਰਸਤੇ ਦੇ ਵਿੱਚ ਨਗਰ ਆਉਂਦੇ ਉਹਨਾਂ ਦੇ ਵਿੱਚ ਵੀ ਐ ਧੁੰਦ ਜੀ ਪੈ ਗਈ। ਧਰਤੀ ਪਰਹਿ ਬਹੁ ਪਾਰਾ ਆ ਕਵੀ ਜੀ ਕਹਿੰਦੇ ਉਧਰੋਂ ਸਿਆਲ ਦੇ ਦਿਨ ਨੇ ਤੇ ਬੜਾ ਹੀ ਪਾਲਾ ਪੈ ਰਿਹਾ, ਠੰਡ ਹੋਈ ਪਈ। ਚੱਲਿਓ ਜਾਇ ਲਸ਼ਕਰ ਖਲ ਭਾਰਾ ਹਾਂ ਤੇ ਇਧਰੋਂ ਲਸ਼ਕਰ ਭਾਰਾ ਹੀ ਦਲ ਤੁਰਿਆ ਜਾਂਦਾ। ਸਗਰੇ ਦਿਵਸ ਗਮਨ ਤੇ ਆਏ ਐਵੇਂ ਕਈ ਦਿਨ ਰਸਤੇ ਨੂੰ ਤੈਅ ਕਰਦੇ ਹੁਣ ਗੁਰੂ ਦੇ ਨੇੜੇ ਆ ਗਏ। ਰਾਤ ਪਰੀ ਤੇ ਨਹਿ ਠਹਿਰਾਏ ਜਦੋਂ ਕਿਤੇ ਰਾਤ ਪੈਂਦੀ ਕਿਤੇ ਵੀ ਠਹਿਰਦੇ ਰੁਕਦੇ ਨਹੀਂ। ਆਗੇ ਪਾਛੈ ਕੋ ਸਭ ਚਾਲੇ ਹਾਂ ਕੋਈ ਅੱਗੇ ਪਿੱਛੇ ਇੱਕ ਦੂਜੇ ਦੇ ਇਹ ਮੁਗਲ ਬੜੀ ਕਾਹਲੀ ਨਾਲ ਚੱਲਦੇ। ਪੀ ਕੈਫ ਭਏ ਮਤ ਵਾਲੇ ਹਾਂ ਕਹਿੰਦੇ ਸ਼ਰਾਬ ਪੀ ਕੇ ਆਪਣੀ ਮਤ ਦੇ ਵਿੱਚ ਹੀ ਮਸਤ ਹੋਏ ਪਏ ਨੇ। ਮਾਰ ਪੁਕਾਰਾ ਕਰਤ ਸੁਣਾਵੈ ਐਵੇਂ ਬੜੀ ਉੱਚੀ ਉੱਚੀ ਆਵਾਜ਼ਾਂ ਪੁਕਾਰਾਂ ਮਾਰਦੇ ਕਿ ਗੁਰੂ ਨੂੰ ਤਾਂ ਅਸੀਂ ਜਾ ਕੇ ਫੜ ਲਵਾਂਗੇ। ਕਵੀ ਜੀ ਕਹਿੰਦੇ ਐਵੇਂ ਜੈ ਅਲੀ ਦੇ ਨਾਰੇ ਲਾਉਂਦੇ। ਕਹਾਂ ਗੁਰੂ ਹਮ ਜੰਗ ਮਚਾਵੈ ਆ ਸਾਡੇ ਅੱਗੇ ਗੁਰੂ ਕੀ ਆ, ਅਸੀਂ ਬੜੀ ਭਾਰੀ ਜੰਗ ਮਚਾ ਦੇਾਂਗੇ। ਹਮ ਤੇ ਆਗੇ ਭਾਗ ਨ ਜਾਏ ਆ ਸਾਡੇ ਅੱਗੇ ਗੁਰੂ ਤਾਂ ਭੱਜ ਨਾ ਜਾਵੇ ਕਿਧਰੇ। ਹਾਸਲ ਕਰੇ ਮੁਰਾਦ ਖੁਦਾਏ ਅਸੀਂ ਤਾਂ ਗੁਰੂ ਨੂੰ ਫੜ ਕੇ ਆਪਣੇ ਮਨ ਦੀ ਮੁਰਾਦ ਜਿਹੜੀ ਇੱਛਾ ਏ ਉਹਨੂੰ ਪੂਰਾ ਕਰ ਲਵਾਂਗੇ। ਅਗੇ ਹੈ ਦੇ ਕਰ ਮਿਲੇ ਹਾਂ ਦੇ ਜਿਹੜੇ ਹਜ਼ਰਤ ਬਾਦਸ਼ਾਹ ਦੇ ਘੋੜੇ ਚੋਰੀ ਕੀਤੇ ਨੇ ਉਹਨਾਂ ਘੋੜਿਆਂ ਦੇ ਕੋਲ ਜਾ ਕੇ ਮਿਲਾਂਗੇ। ਇਹ ਵੀ ਹਮ ਕੋ ਨਾਹਿਨ ਭਰੇ ਹਾਂ ਇਹ ਜਿਹੜਾ ਤਰੀਕਾ ਏ ਸਾਨੂੰ ਭਲਾ ਚੰਗਾ ਨਹੀਂ ਲੱਗਦਾ ਕਿ ਜੇ ਕਿਧਰੇ ਭੱਜ ਗਿਆ ਤਾਂ ਅਸੀਂ ਛੱਡ ਦਵਾਂਗੇ। ਜੇ ਲੋਹ ਸੋ
ਲੋਹ ਕਰਾਰਾ। ਆ ਹੁਣ ਤਾਂ ਲੋਹੇ ਦੇ ਉੱਤੇ ਲੋਹਾ ਵੱਜੇਗਾ, ਤਲਵਾਰਾਂ ਦੇ ਨਾਲ ਤਲਵਾਰਾਂ ਵੱਜਣਗੀਆਂ। ਮਾਰਨ ਮਰਬੇ ਮਚਹਿ ਅਖਾਰਾ। ਆ ਹੁਣ ਤਾਂ ਮਾਰਾਂਗੇ ਜਾਂ ਮਰ ਜਾਵਾਂਗੇ, ਵੱਡਾ ਭਾਰੀ ਅਖਾੜਾ ਯੁੱਧ ਮਚੇਗਾ। ਮਨ ਭਾਵਤ ਹਮ ਤਬ ਕਰ ਲੈ ਹੈ। ਆ ਜਦੋਂ ਗੁਰੂ ਦੇ ਕੋਲ ਗਏ, ਲੋਹੇ ਦੇ ਉੱਤੇ ਲੋਹਾ ਵੱਜਾ ਤਾਂ ਅਸੀਂ ਆਪਣੇ ਮਨ ਭਾਉਂਦੀ ਇੱਛਾ ਪੂਰੀ ਕਰਾਂਗੇ। ਮਾਰੇ ਗੁਰੂ ਕੀ ਤੋ ਪਕਰੇ ਹੈ। ਆ ਜਾਂ ਤਾਂ ਗੁਰੂ ਨੂੰ ਫੜ ਲਿਆ ਜਦੋਂ, ਅਸੀਂ ਮਾਰ ਹੀ ਦਵਾਂਗੇ। ਤਦਰ ਮਿਲੇ ਪਿਪਾਸਾ ਦੋ। ਆ ਕਵੀ ਜੀ ਕਹਿੰਦੇ ਐਵੇਂ ਚੱਲਦੇ ਬਿਆਸਾ ਤੇ ਸਤਲੁਜ ਦਰਿਆ ਨੂੰ ਪਾਰ ਕੀਤਾ। ਆਵਤ ਭਈ ਅਗਾਰੀ ਦੋ। ਐਵੇਂ ਦੋਵੇਂ ਜਿਹੜੇ ਦਰਿਆ ਨੇ ਕਹਿੰਦੇ ਜਦੋਂ ਕੋਲ ਆਏ ਸਨ, ਕਰ ਤਰਨੀ ਬਹੁ ਘਾਟਨ ਕੇਰੀ। ਉਸ ਵੇਲੇ ਬੜੀਆਂ ਕਿਸ਼ਤੀਆਂ ਜੀਆਂ ਲਿਆ ਕੇ ਇਹਨਾਂ ਉੱਪਰ ਦਲ ਫੌਜਾਂ ਨੂੰ ਸਵਾਰ ਕੀਤਾ। ਕਹਿ ਮੰਗਵਾਏ ਬਟੋਰ ਕਨੇਰੀ। ਹਾਂ ਤੇ ਬੜੀਆਂ ਕਿਸ਼ਤੀਆਂ ਕਹਿ ਕਰਕੇ ਆਪਣੇ ਕੋਲ ਮੰਗਾ ਲਈਆਂ। ਲਗੀ ਰਾਤ ਕੋ ਹੋਵਨ ਪਾਰ। ਆ ਰਾਤ ਦਾ ਸਮਾਂ ਸੀ ਕਵੀ ਕਹਿੰਦੇ, ਤੇ ਰਾਤ ਦੇ ਸਮੇਂ ਹੀ ਇਹਨਾਂ ਨੇ ਦਰਿਆ ਨੂੰ ਪਾਰ ਕੀਤਾ। ਮੁਗਲ ਪਠਾਨ ਸੁਕਈ ਹਜ਼ਾਰ। ਐਵੇਂ ਮੁਗਲਾਂ ਦੇ ਜਿਹੜੇ ਪਠਾਨ ਸਨ, ਇਹ ਬੜੇ ਹੀ ਹਜ਼ਾਰ ਦੀ ਤਾਦਾਦ ਦੇ ਵਿੱਚ ਮੁਗਲ ਤੇ ਪਠਾਨ ਚੜ੍ਹ ਆਏ। ਕੀ ਸਦਾ ਜੋਧ ਕੀ ਦਾਰਾ। ਉਸ ਵੇਲੇ ਉਧਰ ਰਾਏ ਜੋਧ ਦੀ ਜਿਹੜੀ ਘਰ ਵਾਲੀ ਸੀ, ਤਿਨ ਦਲ ਕੋ ਆਗਮਨ ਵਿਚਾਰਾ। ਕਾਂਗੜ ਨਗਰ ਦੇ ਵਿੱਚ ਰਾਏ ਜੋਧ ਦੀ ਘਰ ਵਾਲੀ ਨੇ ਉਸ ਵੇਲੇ ਇੰਨਾ ਖੜਾਕਾ ਸੁਣਿਆ ਜਾਣਿਆ ਕਿ ਫੌਜਾਂ ਦਾ ਦਲ ਚੜ੍ਹ ਆਇਆ। ਧਰੇ ਉਹ ਤੋ ਧਰਨੀ ਪਰ ਥਾਰ। ਆ ਉਸ ਵੇਲੇ ਕਹਿੰਦੇ ਰਾਏ ਜੋਧ ਦੀ ਘਰ ਵਾਲੀ ਨੇ ਧਰਤੀ ਦੇ ਉੱਪਰ ਇੱਕ ਥਾਲ ਰੱਖਿਆ ਜਿਸ ਸੀ। ਮੈਂ ਮੁਕਤਾ 400 ਡਾਰ। ਹਾਂ ਉਹਦੇ ਵਿੱਚ 4-5 ਮੋਤੀ ਰੱਖੇ ਹੋਏ ਸਨ। ਧਰ ਕਰ ਨਾਥ ਸੁਧਾਰਤ ਸੋਏ। ਹਾਂ ਤੇ ਉਸ ਥਾਲ ਦੇ ਵਿੱਚ ਹੀ ਕਹਿੰਦੇ ਰਾਏ ਜੋਧ ਦੀ ਘਰ ਵਾਲੀ ਨੇ ਆਪਣੀ ਨੱਕ ਦੀ ਜਿਹੜੀ ਨੱਥ ਸੀ ਰੱਖ ਕੇ, ਮੰਦ ਮੰਦ ਕੋ ਥਰਕਨ ਹੋਏ। ਹਾਂ ਉਸ ਵੇਲੇ ਕੀ ਵੇਖਿਆ ਕਿ ਜਿਹੜੀ ਥਾਲ ਦੇ ਵਿੱਚ ਮੋਤੀ ਪਏ ਨੇ ਰੁਕਦੇ ਨਹੀਂ, ਬੜੇ ਹੀ ਕੰਬ ਰਹੇ ਨੇ, ਧਰਤੀ ਨੂੰ ਬੜਾ ਹੱਲਾ ਵੱਜਾ। ਉਦੀ ਚਦਰ ਪੁਨ ਹਰਕਤ ਮੋਤੀ। ਹਾਂ ਕਵੀ ਜੀ ਕਹਿੰਦੇ ਉਹ ਵੀ ਰਾਏ ਜੋਧ ਦੀ ਘਰ ਵਾਲੀ ਸੀ, ਜੰਗ ਯੁੱਧ ਤਾਂ ਸਾਰੀ ਜਾਣਦੀ ਸੀ। ਐਵੇਂ ਜਦੋਂ ਉਹਨੇ ਸਾਰੇ ਆਪਣੇ ਦਿਮਾਗ ਨਾਲ ਜਾਣਿਆ, ਕਿਉਂ ਨਹਿ ਇਨਕੀ ਥਿਰਤਾ ਹੋਤੀ। ਹਾਂ ਜਾਣਨ ਲੱਗੀ ਕਿ ਆ ਥਾਲ ਦੇ ਵਿੱਚ ਜਿਹੜੇ ਮੋਤੀ ਪਏ ਨੇ ਇਹ ਇੱਕ ਜਗ੍ਹਾ ਤੇ ਰੁਕਦੇ ਕਿਉਂ ਨਹੀਂ। ਬਾਰ ਬਾਰ ਸੋਨੀ ਕੇ ਦੇਖ। ਐਵੇਂ ਬਾਰ-ਬਾਰ ਚੰਗੇ ਤਰੀਕੇ ਨਾਲ ਵੇਖਣਾ ਕਰਦੀ। ਜਾਨਿਓ ਲਸ਼ਕਰ ਆਏ ਵਿਸ਼ੇਖ। ਹਾਂ ਫਿਰ ਐਵੇਂ ਬਾਰ-ਬਾਰ ਵੇਖ ਕੇ ਜਾਣ ਲਿਆ ਕਿ ਹੁਣ ਮੁਗਲਾਂ ਦਾ ਲਸ਼ਕਰ ਭਾਰੀ ਚੜ ਕੇ ਆਇਆ ਏ। ਧਰਾ ਇਹਾਂ ਲਗ ਹਾਲਤ ਮੰਦ। ਐਵੇਂ ਜਾਣਿਆ ਕਿ ਹੁਣ ਕਾਂਗੜ ਨਗਰ ਦੇ ਕੋਲ ਹੀ ਆ ਗਿਆ। ਪਰਤੇ ਸੋਮਤ ਰੰਗਮ ਬ੍ਰਿੰਦ। ਐਵੇਂ ਜਿਹੜੇ ਘੋੜੇ ਦੇ ਪੌੜ ਸਾਨਾਂ ਦੇ ਪੌੜਾਂ ਦਾ ਬੜਾ ਖੜਾਕ ਹੋ ਰਿਹਾ ਏ। ਦਰਸ਼ਨਨੀ ਕੇ ਨਿਰਨੇ ਕੀਨ। ਉਸ ਵੇਲੇ ਰਾਏ ਜੋਧ ਦੀ ਘਰ ਵਾਲੀ ਨੇ ਚੰਗੇ ਤਰੀਕੇ ਨਾਲ ਫਿਰ ਨਿਰਣਾ ਕੀਤਾ ਕਿ ਗੱਲ ਸੱਚੀ ਹੈ ਵੀ ਫੌਜਾਂ ਚੜ੍ਹ ਆਈਆਂ ਨੇ। ਸੁਦਹਿਤ ਨਰ ਪਠਾਏ ਕਰ ਦੀਨ। ਫਿਰ ਇੱਕ ਦਾਸ ਨੂੰ ਕੋਲ ਸੱਦਿਆ ਤੇ ਆ ਕੇ ਸਾਰੀ ਗੱਲ ਦਸੀ। ਪ੍ਰਥਮ ਸੁਰਾਏ ਜੋਧ ਟਿਕ ਆਇਓ। ਐਵੇਂ ਗੱਲ ਨੂੰ ਸੁਣ ਕੇ ਜਿਹੜਾ ਦਾਸ ਸੀ ਉਹ ਭੱਜ ਕੇ ਰਾਏ ਜੋਧ ਦੇ ਕੋਲ ਗਿਆ। ਘਰ ਕੋ ਕਹਿਓ ਸੰਦੇਸ਼ ਸੁਨਾਇਓ। ਫਿਰ ਉਹਨੇ ਰਾਏ ਜੋਧ ਦੇ ਕੋਲ ਜਾ ਕੇ ਘਰ ਤੋਂ ਜਿਹੜਾ ਸੰਦੇਸ਼ਾ ਆਇਆ ਸੀ ਸਾਰਾ ਸੁਣਾਉਣਾ ਕੀਤਾ। ਰੱਖਿਓ ਸੋ ਰੀਤ ਬਤਾਈ। ਆ ਕਹਿਣ ਲੱਗਾ ਜਿਸ ਤਰੀਕੇ ਨਾਲ ਰਾਏ ਜੋਧ ਜੀ ਤੁਹਾਡੀ ਪਤਨੀ ਨੇ ਪਰਖਿਆ ਸੀ ਕਿ ਫੌਜਾਂ ਚੜ੍ਹ ਆਈਆਂ, ਉਹ ਮੈਂ ਤੁਹਾਨੂੰ ਦੱਸਣ ਲੱਗਾ। ਤਹਿ ਕੇ ਸੰਗ ਹਰਖ ਸੁਖ ਪਾਏ। ਇਸ ਤਰੀਕੇ ਨਾਲ ਮੈਂ ਸਾਰੀ ਵਾਰਤਾ ਤੁਹਾਨੂੰ ਦੱਸਦਾ ਹਾਂ। ਦੇਰ ਨਾ ਲਖੋ ਸੈਨ ਬੜ ਆਈ। ਹੁਣ ਤੁਸੀਂ ਦੇਰੀ ਨਾ ਜਾਣੋ, ਇਹ ਮੁਗਲਾਂ ਦੀ ਫੌਜ ਚੜ੍ਹ ਆਈ। ਇਸ ਤੇ ਜੋਧ ਆਪਣੇ ਸਾਥ। ਉਸ ਵੇਲੇ ਕਹਿੰਦੇ ਰਾਏ ਜੋਧ ਨੇ ਉਸ ਦਾਸ ਨੂੰ ਆਪਣੇ ਨਾਲ ਲੈ ਕੇ ਪਹੁੰਚਿਓ ਜਹ ਬੈਠੇ ਗੁਰਨਾਥ। ਉੱਥੇ ਪਹੁੰਚਿਆ ਜਿੱਥੇ ਛੇਵੇਂ ਪਾਤਸ਼ਾਹ ਆਪਣਾ ਤਖਤ ਆਸਣ ਲਾ ਕੇ ਬੈਠੇ ਸਿੱਖ ਮਸੰਦ ਬ੍ਰਿੰਦ ਬਰ ਵੀਰ। ਤੇ ਬੜੇ ਹੀ ਮਸੰਦ ਸਿੱਖ ਗੁਰੂ ਸਾਹਿਬ ਜੀਆਂ ਦੇ ਕੋਲ ਹਨ। ਬੈਠੇ ਸ੍ਰੀ ਹਰਿ ਗੋਬਿੰਦ ਤੀਰ। ਉਸ ਵੇਲੇ ਜਾ ਕੇ ਰਾਏ ਜੋਧ ਨੇ ਗੁਰੂ ਸਾਹਿਬ ਜੀਆਂ ਦੇ ਕੋਲ ਬੈਠਿਆਂ ਨੂੰ ਵੇਖਿਆ ਜਦੋਂ, ਭਾਈ ਭਿੰਡ ਭਗਤੂ ਬਹਿਲੋ ਦੋਏ। ਉਸ ਵੇਲੇ ਪਾਤਸ਼ਾਹ ਦੇ ਕੋਲ ਕਹਿੰਦੇ ਦੋ ਸਿੱਖ ਸਨ, ਇੱਕ ਦਾ ਨਾਂ ਭਾਈ ਭਗਤੂ ਤੇ ਦੂਸਰੇ ਦਾ ਨਾਂ ਭਾਈ ਬਹਿਲੋ। ਇਹੋ ਬੈਠੇ ਸਤਿਗੁਰ ਟਿਕ ਹੋਏ। ਐਵੇਂ ਦੋਵੇਂ ਜਿਹੜੇ ਸਿੱਖ ਨੇ ਸਤਿਗੁਰਾਂ ਦੇ ਕੋਲ ਹੀ ਬੈਠੇ। ਚੱਲ ਕੇ ਜੰਗਲ ਕੋ ਗੁਰ ਆਏ।
ਆਏ। ਜਦੋਂ ਦੇ ਗੁਰੂ ਸਾਹਿਬ ਜੀ ਮਾਲਵੇ ਦੇਸ਼ ਵਿੱਚ ਆਏ ਨੇ, ਤਬ ਕੇ ਸੰਗ ਰਹਿਤ ਸੁਖ ਪਾਏ। ਉਸ ਸਮੇਂ ਦੇ ਦੋਵੇਂ ਸਿੱਖ ਸਤਿਗੁਰਾਂ ਦੇ ਕੋਲ ਹੀ ਹਨ। ਦਰਸ਼ਨ ਲਾਭ ਲੇਤ ਹੈ ਕੰਚਨ। ਦਰਸ਼ਨ ਕਰਕੇ ਸਤਿਗੁਰਾਂ ਦਾ ਬੜਾ ਹੀ ਲਾਭ ਸੁਖ ਲੈਂਦੇ। ਵਿੱਚ ਮੇਰਾ ਜਿਹ ਕਸ਼ਟ ਵਿਮੋਚਨ। ਸਤਿਗੁਰਾਂ ਦੇ ਕੋਲ ਬਹਿ ਕੇ ਕਹਿੰਦੇ ਆਪਣੇ ਦੁੱਖਾਂ ਦਾ ਨਾਸ਼ ਕਰਵਾ ਲੈਂਦੇ। ਬੈਠਿਓ ਜੋਧ ਗੁਰੂ ਸਨਮਾਨਾ। ਉਸ ਵੇਲੇ ਰਾਏ ਜੋਧ ਸਤਿਗੁਰਾਂ ਦੇ ਕੋਲ ਬੈਠ ਗਿਆ। ਮਹਾਰਾਜ ਨੇ ਬੜਾ ਸਨਮਾਨ ਕੀਤਾ। ਲਸ਼ਕਰ ਆਇਓ ਪ੍ਰਭੂ ਮਹਾਨਾ। ਇਹ ਸੱਚੇ ਪਾਤਸ਼ਾਹ ਜੀ, ਇਹਨਾਂ ਮੁਗਲਾਂ ਦਾ ਭਾਰੀ ਲਸ਼ਕਰ ਚੜ ਕੇ ਆ ਗਿਆ। ਇਹ ਨਰ ਸੁਧ ਲੈ ਕਰ ਅਬ ਆਵਾ। ਹਾਂ, ਜਿਹੜਾ ਦਾਸ ਹੈ ਮੇਰੇ ਕੋਲ ਖਬਰ ਲੈ ਕੇ ਆਇਆ ਏ। ਪਲਖਨ ਸਿੱਖ ਸੁਤਾ ਜਿਮ ਪਾਵਾ। ਜਿਵੇਂ ਤੁਹਾਡੇ ਸਿੱਖ ਦੀ ਪੁੱਤਰੀ ਭਾਵ ਮੇਰੀ ਪਤਨੀ ਨੇ ਜਿਸ ਤਰੀਕੇ ਨਾਲ ਪਰਖ ਕੀਤੀ ਸੀ ਉਹ ਸਾਰਾ ਹੀ ਦੱਸਿਆ। ਹਰਕਤ ਥਿਰਾ ਇਹਾਂ ਲੱਗ ਜਾਨੋ। ਆ ਸੱਚੇ ਪਾਤਸ਼ਾਹ, ਕਾਂਗੜ ਨਗਰ ਦੇ ਵਿੱਚ ਘੋੜਿਆਂ ਦੀ ਪੌੜ ਦੇ ਨਾਲ ਧਰਤੀ ਹਿਲਦੀ ਪਈ ਏ। ਹੁਣ ਤੁਸੀਂ ਇੱਥੇ ਵੀ ਜਾਣਨਾ ਕਰੋ ਕਿ ਇੱਥੇ ਵੀ ਧਰਤੀ ਹੁਣ ਹਿੱਲਣ ਲੱਗ ਪਏਗੀ। ਜਾਂਦੇ ਜਾਨੀ ਸੈਨ ਮਹਾਨੋ। ਇਸ ਲਈ ਪਾਤਸ਼ਾਹ ਜਾਣ ਲਵੋ, ਆ ਬਾਦਸ਼ਾਹ ਨੇ ਬੜੀ ਭਾਰੀ ਫੌਜਾਂ ਦੇ ਦਲ ਭੇਜੇ ਨੇ। ਫਿਲਮ ਨਹੀਂ ਅਬ ਆਵਨ ਮਾਹੀ। ਹੁਣ ਤਾਂ ਸੱਚੇ ਪਾਤਸ਼ਾਹ ਕੋਈ ਦੇਰੀ ਨਹੀਂ, ਬਸ ਕੁਝ ਹੀ ਪਲਾਂ ਦੇ ਵਿੱਚ ਆ ਫੌਜ ਇੱਥੇ ਆ ਜਾਵੇਗੀ। ਪਰਹਿ ਜੰਗ ਕਮਸਾਨ ਮਹਾਹੀ। ਮਹਾਰਾਜ ਬੜੀ ਹੀ ਮਹਾਨ ਜੰਗ ਮਚੇਗੀ, ਹੁਣ ਸਮਾਂ ਆ ਗਿਆ। ਸੁਨ ਸ਼੍ਰੀ ਹਰਿ ਗੋਬਿੰਦ ਕਹਿ ਐਸੇ। ਆ ਉਸ ਵੇਲੇ ਛੇਵੇਂ ਪਾਤਸ਼ਾਹ ਨੇ ਸੁਣ ਕੇ ਆਪਣੇ ਮੁਖ ਦੇ ਵਿੱਚੋਂ ਐਵੇਂ ਕਿਹਾ। ਹਮ ਵੀ ਤਿਆਰ ਅਗਾਰੀ ਪੈਸੇ। ਆ ਮਹਾਰਾਜ ਕਹਿੰਦੇ ਵੀਰ ਰਸ ਦੇ ਵਿੱਚ ਆ ਕੇ ਕਹਿਣ ਲੱਗੇ, ਰਾਏ ਜੋਧ ਅਸੀਂ ਵੀ ਅੱਗੇ ਤਿਆਰ ਬੈਠੇ ਹਾਂ, ਅਸੀਂ ਹੱਥਾਂ ਦੇ ਵਿੱਚ ਚੂੜੀਆਂ ਨਹੀਂ ਪਾਈਆਂ। ਜਾਪਤ ਦੇਨ ਹੇਤ ਸਵਧਾਨਾ। ਆ ਕੋਈ ਨਹੀਂ, ਜੇ ਭੁੱਖੇ ਤੁਰੇ ਆਉਂਦੇ ਨੇ ਇਹਨਾਂ ਨੂੰ ਚੰਗੇ ਤਰੀਕੇ ਨਾਲ ਪ੍ਰਸ਼ਾਦਾ ਛਕਾ ਕੇ ਤੋਰਾਂਗੇ। ਮੁਖ ਸਿਮਰ ਇਹ ਪਾਤਰ ਨਾਨਾ। ਆ ਇਹਨਾਂ ਦੇ ਮੁਖ ਦੇ ਵਿੱਚ ਆ ਜਿਹੜੀਆਂ ਢਾਲਾਂ ਨੇ ਇਹ ਸਮਝਣਾ ਕਰੋ ਇਹਨਾਂ ਦੇ ਖਾਣ ਦੇ ਪਦਾਰਥ ਹਨ। ਗੋਰੀ ਗੰਜਨ ਸ਼ੱਕਰ ਪਾਰੇ। ਆ ਜਿਹੜੀਆਂ ਗੋਲੀਆਂ ਨੇ ਇਹਨਾਂ ਦੇ ਮੁਖ 'ਚ ਐਵੇਂ ਦਾਗਾਂਗੇ ਜਿਵੇਂ ਮੂੰਹ ਦੇ ਵਿੱਚ ਸ਼ੱਕਰ ਪਾਰੇ ਪਾਈ ਦੇ। ਖਬਰੇ ਮਨਹੁ ਜਲੇਬ ਉਤਾਰੇ। ਆ ਜਿਹੜੇ ਖਬਰੇ ਜਿਹੜੇ ਧਨੋਖ ਨੇ ਐਵੇਂ ਮੰਨੋ ਜਿਵੇਂ ਜਲੇਬ ਹੀ ਬਣੇ ਹੋਣ। ਆ ਇਹਨਾਂ ਤੁਰਕਾਂ ਦੇ ਮੂੰਹ ਦੇ ਵਿੱਚ ਪਾ ਦੇਵਾਂਗੇ ਸਾਰੇ। ਟੱਕਰ ਬੱਕਰ ਕੇਵਰ ਗੰਦ ਹੈ। ਆ ਸਾਰੇ ਤੀਰ ਚੱਕਰ ਜਿਹੜੇ ਨੇ ਇਹਨਾਂ ਦੇ ਮੁਖ ਦੇ ਵਿੱਚ ਮਠਿਆਈਆਂ ਹੀ ਪਾਵਾਂਗੇ। ਇਹਨਾਂ ਨੂੰ ਇੱਕ ਵਾਰੀ ਆਉਣ ਦਿਓ। ਵੱਡੇ ਸੁਹਾਰ ਕੁਰਬਾਨ ਖੁਆ ਹੈ। ਆ ਜਿਹੜੀਆਂ ਤਲਵਾਰਾਂ ਨੇ ਇਹ ਜਿਵੇਂ ਨਮਕੀਨ ਖਾਂਦੇ ਨੇ ਉਸ ਤਰੀਕੇ ਨਾਲ ਜਾਣਨਾ ਕਰੋ। ਕਹਿ ਵਿਦਿਆ ਜਬ ਹੀ ਹੈ ਲਿਆਇਓ। ਉਸ ਵੇਲੇ ਬਾਬਾ ਬਿਧੀ ਚੰਦ ਕਹਿਣ ਲੱਗੇ, ਪਾਤਸ਼ਾਹ ਜੀ ਜਿਸ ਵੇਲੇ ਮੈਂ ਘੋੜੇ ਲੈ ਕੇ ਆਇਆ ਸਾਂ ਤਬ ਕੇ ਤਿਆਰ ਚਹਿਤ ਮੈਂ ਧਾਇਓ। ਉਸ ਸਮੇਂ ਦਾ ਮੈਂ ਤਿਆਰ ਹੋ ਕੇ ਬੈਠਾ ਵਾਂ ਕਿ ਫੌਜਾਂ ਆਉਣਗੀਆਂ, ਇਹਨਾਂ ਦੇ ਨਾਲ ਮੁਕਾਬਲਾ ਕਰ ਲਵਾਂਗੇ। ਫਿਰ ਮਹਿਰਬ ਆਵਨ ਮਾਹੀ। ਅਸੀਂ ਤਾਂ ਕਿਸੇ ਤਰੀਕੇ ਦੀ ਵੀ ਦੇਰੀ ਨਹੀਂ ਕੀਤੀ, ਅਸੀਂ ਤਾਂ ਪਾਤਸ਼ਾਹ ਤਿਆਰ ਬੈਠੇ ਹਾਂ, ਫੌਜ ਆ ਲੈਣ ਦੋ। ਆਵਹਿ ਸ਼ਾਹ ਕੇ ਲਸ਼ਕਰ ਤਾਹੀ। ਆ ਇੱਕ ਵਾਰ ਆ ਬਾਦਸ਼ਾਹ ਦਾ ਜਿਹੜਾ ਲਸ਼ਕਰ ਹੈ ਸਾਡੇ ਕੋਲ ਆਉਣ ਤਾਂ ਦੇਵੋ। ਬਗ ਮਹਿ ਨਹਿ ਸੁਧ ਹੈ ਅਬ ਕਹਾਂ। ਹਾਂ ਬਸ ਖਬਰ ਪਤਾ ਲੱਗ ਜਾਵੇ ਆ ਬਾਦਸ਼ਾਹ ਆਪ ਚੜ ਕੇ ਆ ਰਿਹਾ ਏ ਜਾਂ ਫਿਰ ਆਪਣੇ ਸਿਪਾਹੀ ਜਾਂ ਜਰਨੈਲ ਭੇਜੇ ਨੇ। ਪਾਤਸ਼ਾਹ ਸਾਨੂੰ ਖਬਰ ਮਿਲ ਜਾਵੇ ਇੱਕ ਵਾਰ ਕਿ ਰਸਤੇ ਵਿੱਚ ਹੀ ਹੈ ਕਿ ਕੋਲ ਹੀ ਆ ਗਿਆ। ਬਿਨਾ ਬਿਲਮ ਪਹੁੰਚੇਂਗੇ ਇਹਾਂ। ਹਾਂ ਬਿਨਾਂ ਦੇਰੀ ਤੋਂ ਹੀ ਸਾਡੇ ਕੋਲ ਪਹੁੰਚ ਜਾਣਗੇ। ਸ੍ਰੀ ਹਰਿ ਗੋਬਿੰਦ ਦ੍ਰਿਸ਼ਟ ਚਲਾਏ। ਉਸ ਵੇਲੇ ਬਾਬਾ ਬਿਧੀ ਚੰਦ ਦੀ ਗੱਲ ਨੂੰ ਸੁਣ ਕੇ ਛੇਵੇਂ ਪਾਤਸ਼ਾਹ ਨੇ ਆਪਣੀ ਨਜ਼ਰ ਫੇਰੀ। ਬੈਠੋ ਕੋ ਭੂਜਿਤ ਥਿਕ ਦਿਕਸਾਏ। ਆ ਕਹਿੰਦੇ ਉਸ ਵੇਲੇ ਸਤਿਗੁਰਾਂ ਦੇ ਕੋਲ ਭਾਈ ਬਹਿਲੋ ਬੈਠਾ ਸੀ, ਉਹਦੇ ਵੱਲ ਸਤਿਗੁਰਾਂ ਨੇ ਆਪਣੀ ਨਿਗਾਹ ਫੇਰੀ। ਭੂਤ ਪ੍ਰੇਤ ਚਾਰੋਂ ਦਿਸ ਘੇਰੇ। ਆ ਜਿਹੜਾ ਭਾਈ ਬਹਿਲੋ ਪੰਜਵੇਂ ਪਾਤਸ਼ਾਹ ਜੀਆਂ ਦੇ ਸਮੇਂ ਸੇਵਾ ਕਰਦਾ ਸੀ, ਸਰੋਵਰ ਦੇ ਵਿੱਚ ਜਿਹੜੀਆਂ ਇੱਟਾਂ ਲੱਗੀਆਂ ਅੰਮ੍ਰਿਤਸਰ ਸਾਹਿਬ ਸਾਰੀ ਸੇਵਾ ਭਾਈ ਬਹਿਲੋ ਨੇ ਕਰਵਾਈ ਸੀ। ਉਸ ਵੇਲੇ ਪੰਜਵੇਂ ਪਾਤਸ਼ਾਹ ਨੇ ਵਰ ਦਿੱਤਾ ਸੀ, ਭਾਈ ਬਹਿਲੋ ਸਭ ਤੋਂ ਪਹਿਲੋਂ ਕਿ ਤੂੰ ਸਾਰਿਆਂ ਤੋਂ ਪਹਿਲਾਂ ਰਵੇਂਗਾ, ਜੋ ਕਵੇਂਗਾ ਤੇਰੀ ਗੱਲ ਪੂਰੀ ਹੋਵੇਗੀ। ਤੂੰ ਗੁਪਤ ਰਹਿ ਕੇ ਸਾਰੀਆਂ ਹੀ ਸੇਵਾ ਕੀਤੀ ਹੈ ਗੁਰੂ ਘਰ ਦੀ, ਇਸ ਲਈ ਜਿੰਨੀਆਂ ਵੀ ਗੁਪਤ ਰੂਹਾਂ ਨੇ ਸਾਰੀਆਂ ਤੇਰੇ ਵਸ ਦੇ ਵਿੱਚ ਰਹਿਣਗੀਆਂ। ਇਹ ਭਾਈ ਬਹਿਲੋ ਛੇਵੇਂ ਪਾਤਸ਼ਾਹ ਦੇ ਕੋਲ
ਉਸ ਵੇਲੇ ਛੇਵੇਂ ਪਾਤਸ਼ਾਹ ਨੇ ਭਾਈ ਬਹਿਲੋ ਨੂੰ ਕਿਹਾ ਕਿ ਜਿੰਨੀਆਂ ਵੀ ਗੁਪਤ ਰੂਹਾਂ ਤੇਰੇ ਕੋਲ ਹਨ ਉਹਨਾਂ ਸਾਰਿਆਂ ਨੂੰ ਭੇਜ ਤੇਰੇ ਕੇ ਗੁਰ ਬਸੀ ਕਰੇ ਸਭ ਤੇਰੇ। ਸੱਚੇ ਪਾਤਸ਼ਾਹ ਨੇ ਸਾਰੀਆਂ ਜਿਹੜੀਆਂ ਗੁਪਤ ਰੂਹਾਂ ਭਾਈ ਬਹਿਲੋ ਤੇਰੇ ਵਸ ਕੀਤੀਆਂ। ਤਿਨ ਤੇ ਸੁਧ ਮੰਗਵਾਏ ਸੁਨਾਵਹੁ। ਇਹਨਾਂ ਗੁਪਤ ਰੂਹਾਂ ਦੇ ਕੋਲੋਂ ਜਾ ਕੇ ਛੇਤੀ ਨਾ ਸਾਰੀ ਖਬਰ ਦਾ ਪਤਾ ਕਰ। ਜੈ ਲਸ਼ਕਰ ਅਬ ਤਹਾਂ ਬਤਾਵਹੁ। ਪਤਾ ਕਰ ਫੌਜਾਂ ਦਾ ਲਸ਼ਕਰ ਕਿੱਥੋਂ ਤੱਕ ਪਹੁੰਚਿਆ। ਪਹਿਲੋ ਇੱਕ ਪ੍ਰੇਤ ਦਵਾਇਓ। ਕਹਿੰਦੇ ਉਸ ਵੇਲੇ ਸੁਣ ਕੇ ਭਾਈ ਬਹਿਲੋ ਨੇ ਇੱਕ ਗੁਪਤ ਰੂਹ ਨੂੰ ਭੇਜਣਾ ਕੀਤਾ ਫੌਜਾਂ ਵੱਲ। ਮਨ ਸਮ ਬੇਗ ਕਰਤ ਸੁਧ ਲਿਆਇਓ। ਉਸ ਵੇਲੇ ਛੇਤੀ ਨਾ ਜਾ ਕੇ ਗੁਪਤ ਰੂਹ ਨੇ ਸਾਰੀ ਖਬਰ ਪਤਾ ਕੀਤੀ। ਬਾਤਨ ਕਰਦ ਤਾਂ ਤਪ ਕਹਿਓ। ਕਹਿੰਦੇ ਉਸ ਵੇਲੇ ਗੱਲਾਂ ਬਾਤਾਂ ਕਰਦਿਆਂ ਸਾਰੀ ਵਾਰਤਾ ਕਹਿ ਦਿੱਤੀ। ਰੰਜੀ ਸਰਤਾ ਤੜ ਅਬ ਲਹਿਓ। ਕਹਿਣ ਲੱਗੇ ਸੱਚੇ ਪਾਤਸ਼ਾਹ ਖਬਰ ਮਿਲੀ ਏ ਆ ਫੌਜਾਂ ਨਦੀ ਦੇ ਕੋਲ ਹੀ ਆ ਗਈਆਂ। ਸਾਰੇ ਦਿਵਸ ਚੱਲੇ ਹੀ ਆਏ। ਪਾਤਸ਼ਾਹ ਜੀ ਸਾਰਾ ਦਿਨ ਹੀ ਚੱਲਦਿਆਂ ਆਏ ਨੇ। ਨਿਸਾ ਪਰੀ ਬਹੁਤਾਂ ਥਿਰਾਏ। ਹੁਣ ਰਾਤ ਦਾ ਸਮਾਂ ਹੋਇਆ ਤੇ ਰਾਤ ਦੇ ਸਮੇਂ ਵੀ ਕਿਤੇ ਰੁਕੇ ਨਹੀਂ, ਚੱਲਦੇ ਹੀ ਆਏ। ਕੇਤਿਕ ਪਾਰ ਉਰਾਰ ਕਿਤੇਕ। ਸੱਚੇ ਪਾਤਸ਼ਾਹ ਕੁਝ ਕੁ ਤਾਂ ਨਦੀ ਨੂੰ ਪਾਰ ਕਰ ਆਏ ਨੇ ਮੁਗਲ, ਕੁਝ ਤਾਂ ਨਦੀ ਤੋਂ ਪਿੱਛੇ ਹਨ। ਕੇਤਿਕ ਨੌਕਾ ਚੜੇ ਅਨੇਕ। ਤੇ ਕੁਝ ਕੁ ਜਿਹੜੇ ਮੁਗਲ ਕਿਸ਼ਤੀਆਂ ਤੇ ਸਵਾਰ ਹਨ। ਤਖਤ ਥਿਰੇ ਕੋ ਸੁਪਤ ਪਰੇ ਹੈ। ਇਸ ਤਰੀਕੇ ਦੇ ਜਿਹੜੇ ਸੂਰਮੇ ਪਾਤਸ਼ਾਹ ਚੜ ਕੇ ਆ ਰਹੇ ਨੇ ਮੁਗਲ, ਕੁਝ ਕੁ ਤਾਂ ਥੱਕੇ ਹੀ ਬੈਠੇ ਹਨ। ਕੋ ਸ਼ਰਾਬ ਕਰ ਪਾਨ ਗਿਰੇ ਹੈ। ਤੇ ਪਾਤਸ਼ਾਹ ਖਬਰ ਮਿਲੀ ਏ ਕੁਝ ਕੁ ਮੁਗਲ ਸ਼ਰਾਬ ਪੀ ਕੇ ਨਸ਼ੇ 'ਚ ਮਸਤ ਹੋਏ। ਕਿਤ ਮਿਲੇ ਕਿਤਕ ਮਿਲੇ ਬਹੁ ਪਾਵਕ ਜਾਰੀ। ਕੁਝ ਕੁ ਤਾਂ ਪਾਤਸ਼ਾਹ ਥੱਕੇ ਹਨ, ਕੁਝ ਸ਼ਰਾਬ ਨਾ ਰੱਜੇ ਤੇ ਕੁਝ ਕੁ ਥੱਕੇ ਹੋਏ ਬੈਠੇ ਨੇ। ਲਗਿਓ ਸੀਤ ਬਹੁ ਕੰਪਾ ਧਾਰੀ। ਕਈਆਂ ਨੂੰ ਕਹਿੰਦੇ ਠੰਡ ਲੱਗਦੀ ਏ, ਇਹ ਕੰਬੀ ਜਾ ਰਹੇ ਨੇ। ਕਰ ਪਗ ਸੁਨ ਭਾਏ ਜਿਨ ਸ਼ਕੀਰੇ। ਬਾਦਸ਼ਾਹ ਇਹਨਾਂ ਦੇ ਤਾਂ ਅੰਗ ਵੀ ਸੁੰਨ ਹੋ ਗਏ, ਇੰਨੀ ਠੰਡ ਪੈ ਰਹੀ। ਸਲਤਾ ਤੜ ਕਰ ਸੀਤ ਕਨੇਰੇ। ਇਸ ਲਈ ਕੁਝ ਕੁ ਸਿਪਾਹੀ ਨਦੀ ਦੇ ਕੋਲ ਆ ਕੇ ਅੱਗ ਬਾਲ ਕੇ ਆਪਣੇ ਸਰੀਰ ਨੂੰ ਗਰਮ ਕਰਦੇ। ਸੁਨ ਭਾਈ ਬਹਿਲੋ ਤੇ ਬੈਨ। ਉਸ ਵੇਲੇ ਸੱਚੇ ਪਾਤਸ਼ਾਹ ਨੇ ਭਾਈ ਬਹਿਲੋ ਦੇ ਕੋਲੋਂ ਸਾਰੀ ਖਬਰ ਸੁਣੀ। ਹਰੀ ਨਦੀ ਤੜ ਸਗਰੀ ਸੈਨ। ਜਦੋਂ ਪਾਤਸ਼ਾਹ ਨੇ ਸੁਣਿਆ ਕਿ ਨਦੀ ਤੱਕ ਸਾਰੀ ਸੈਨਾ ਚੜ੍ਹਾਈ ਮੁਗਲਾਂ ਦੀ। ਜੋਧ ਆਦ ਸਭ ਅਚਰਜ ਕੋਈ। ਉਸ ਵੇਲੇ ਰਾਏ ਜੋਧ ਤੇ ਜਿੰਨੇ ਹੋਰ ਯੋਧੇ ਸੂਰਮੇ ਸਨ, ਬਾਬਾ ਬਿਧੀ ਚੰਦ ਵਰਗੇ, ਸਾਰਿਆਂ ਨੇ ਸੁਣ ਕੇ ਕਹਿੰਦੇ ਹੈਰਾਨ ਹੋ ਗਏ ਕਿ ਐਡੀ ਛੇਤੀ ਫੌਜ ਨੇੜੇ ਆ ਗਈ। ਹਰ ਗੋਬਿੰਦ ਬਹੁਰ ਬਖਾਨਿਓ। ਫਿਰ ਉਸ ਵੇਲੇ ਛੇਵੇਂ ਪਾਤਸ਼ਾਹ ਨੇ ਆਪਣੇ ਮੁਖ ਦੇ ਵਿੱਚੋਂ ਕਿਹਾ। ਤੂੰ ਪ੍ਰੇਤ ਪਠਾਵਹ ਕੋਈ। ਪਾਤਸ਼ਾਹ ਕਹਿਣ ਲੱਗੇ ਭਾਈ ਬਹਿਲੋ ਹੁਣ ਫੇਰ ਤੂੰ ਕਿਸੇ ਗੁਪਤ ਰੂਹ ਨੂੰ ਭੇਜਣਾ ਕਰ। ਮਿਲਿਓ ਰਹਿ ਜਿਸ ਲਸ਼ਕਰ ਸੋਈ। ਤੇ ਉਹ ਗੁਪਤ ਰੂਹ ਨੂੰ ਕਹਿ ਕੇ ਜਾ ਕੇ ਇਹਨਾਂ ਮੁਗਲਾਂ ਦੇ ਦਲ ਦੇ ਵਿੱਚ ਰਲ ਜਾਵੇ ਤੇ ਗੁਪਤ ਰਹੇ। ਜਬ ਹੋਏ ਕੂਚ ਬਤਾਵਹਿ ਆਏ। ਤੇ ਜਦੋਂ ਵੀ ਆ ਮੁਗਲਾਂ ਦੀ ਫੌਜ ਕੂਚ ਕਰਕੇ ਸਾਡੇ ਵੱਲ ਨੂੰ ਤੁਰ ਪਵੇ, ਸਾਨੂੰ ਸਾਰੀ ਖਬਰ ਦੇ ਦਵੇ ਆ ਕੇ। ਮਨ ਸਾਵਧਾਨ ਰਹਿ ਸਮੁਦਾਏ। ਇਸ ਲਈ ਸਾਵਧਾਨ ਹੋ ਕੇ ਇਹਨਾਂ ਮੁਗਲਾਂ ਦੇ ਦਲ ਦੇ ਵਿੱਚ ਰਹਿਣਾ ਕਰੇ। ਢੇੜ ਕੋ ਜਾਮ ਜਾਮਨੀ ਗਈ। ਕਹਿੰਦੇ ਜਦੋਂ ਡੇਢ ਕੁ ਪਹਿਰ ਰਾਤ ਦਾ ਬੀਤ ਗਿਆ। ਇਹ ਬਾਤਾਂ ਸਤਿਗੁਰ ਸਭ ਕਈ। ਇਸ ਤਰੀਕੇ ਦੀਆਂ ਗੱਲਾਂ ਬਾਤਾਂ ਸਤਿਗੁਰਾਂ ਨੇ ਸਾਰੀਆਂ ਕੀਤੀਆਂ। ਕਰ ਨਿਸ਼ਚੈ ਪੁਨ ਪੌੜ ਪ੍ਰਿਯੰਕ। ਇਸ ਤਰੀਕੇ ਦੀਆਂ ਗੱਲਾਂ ਵਾਰਤਾਂ ਕਰਕੇ ਸਤਿਗੁਰੂ ਜੀ ਆਪਣੇ ਆਸਣ ਤੇ ਜਾ ਕੇ ਲੇਟ ਗਏ। ਸੁਖ ਸੋ ਸੁਖ ਤੇ ਬਿਨਾ ਆਤੰਕ। ਸੁਖ ਦੇ ਨਾਲ ਹੀ ਮਹਾਰਾਜ ਸੌਂ ਗਏ। ਚਿੱਤ ਦੇ ਵਿੱਚ ਕਿਸੇ ਪ੍ਰਕਾਰ ਦਾ ਡਰ ਨਹੀਂ ਮਹਾਰਾਜ ਦੇ। ਨਿਜ ਡੇਰੇ ਸਭ ਚੱਲ ਗਏ। ਜਿੰਨੇ ਵੀ ਸੂਰਮੇ ਨੇ ਆਪੋ ਆਪਣੇ ਡੇਰੇ ਵਿੱਚ ਜਾ ਪਹੁੰਚੇ। ਅਰਧ ਸੁਭਟ ਸਵਧਾਨੀ ਕਏ। ਗਵੀ ਜੀ ਕਹਿੰਦੇ ਅੱਧੇ ਕ ਸੂਰਮੇ ਜਾਗਦੇ ਨੇ ਜਿਹੜੇ ਚੰਗੇ ਤਰੀਕੇ ਨਾਲ ਪਹਿਰਾ ਦੇ ਰਹੇ ਨੇ। ਅਰਧ ਸੁਭਟ ਭੇ ਨਿੰਦਰਾ ਪਾਈ। ਤੇ ਅੱਧੇ ਕ ਸੂਰਮੇ ਜਾ ਕੇ ਆਪਣੇ ਸਰੀਰ ਦੀ ਥਕਾਨ ਦੂਰ ਕਰਨ ਦੇ ਲਈ ਨੀਂਦ ਦੇ ਵਿੱਚ ਸੌਂ ਗਏ ਜਾ ਕੇ। ਜਾ ਕੇ ਪ੍ਰਭ ਪ੍ਰਭਾਤ ਹੋਏ ਆਈ। ਜਦੋਂ ਫਿਰ ਦਿਨ ਚੜਿਆ ਪਾਤਸ਼ਾਹ ਜੀ ਆਪਣੇ ਆਸਣ ਤੋਂ ਉੱਠੇ। ਸੌਜ ਸਨਾਨ ਆਦ ਸਭ ਕੀਨ। ਆ ਕੇ ਮਹਾਰਾਜ ਨੇ ਫਿਰ ਇਸ਼ਨਾਨ ਪਾਣ ਕਰ ਲਿਆ। ਸੁਨ ਕਰ ਆਸਾ ਵਾਰ ਪ੍ਰਵੀਨ। ਐਵੇਂ ਪਾਤਸ਼ਾਹ ਨੇ ਇਸ਼ਨਾਨ ਪਾਣ ਕਰਕੇ ਆਸਾ ਦੀ ਵਾਰ ਦਾ ਕੀਰਤਨ ਗਾਇਨ ਕੀਤਾ। ਬੈਠੇ ਹੁਦੇ ਸ਼ਕਲ ਚਲ ਆਏ।
ਉਸ ਵੇਲੇ ਮਹਾਰਾਜ ਬੈਠੇ ਸਨ ਤੇ ਸਾਰੇ ਸੂਰਮੇ ਤਿਆਰ ਹੋ ਕੇ ਆ ਗਏ। ਸੁਟ ਮਸੰਦ ਸਿੱਖ ਸਮੁਦਾਏ। ਉਸ ਵੇਲੇ ਜਿਹੜੇ ਮਸੰਦਾਂ ਦੇ ਵਿੱਚ ਇੱਕ ਸਿੱਖ ਸੀ, ਗੁਰ ਕੇ ਕਹੇ ਭੂਤਨੀ ਪਹਿਲੋਂ। ਉਸ ਵੇਲੇ ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਬਹਿਲੋ, ਜਿਹੜੀ ਇੱਕ ਗੁਪਤ ਰੂਹ ਤੂੰ ਉੱਥੇ ਭੇਜਣਾ ਕੀਤੀ, ਪਤੀ ਨਿਸਾ ਮਹਿ ਸੁਧ ਹਿਤ ਬਹਿਲੋ। ਹਾਂ ਤੂੰ ਭੇਜੀ ਸੀ ਕਿ ਰਾਤ ਦੇ ਸਮੇਂ ਸਾਨੂੰ ਆ ਕੇ ਖਬਰ ਦਵੇਗੀ। ਜਬ ਲਸ਼ਕਰ ਕੋ ਹੋਵਹਿ ਕੂਚ। ਹਾਂ ਜਦੋਂ ਲਸ਼ਕਰ ਉਥੋਂ ਕੂਚ ਕਰੇਗਾ, ਤਬ ਸੁਧ ਦੇਹੋ ਇਤ ਆਏ ਬਹੂਚ। ਹਾਂ ਉਦੋਂ ਸਾਡੇ ਕੋਲ ਆ ਕੇ ਖਬਰ ਦਵੇ। ਸੋ ਤੁਰ ਕਰ ਕੇ ਦਲ ਮਹਿ ਗਈ। ਹਾਂ ਉਹ ਜਿਹੜੀ ਗੁਪਤ ਰੂਹ ਹੈ ਮੁਗਲਾਂ ਦੇ ਦਲ ਵਿੱਚ ਜਾ ਕੇ ਰਲ ਗਈ। ਸੁਧ ਹਿਤ ਬੀਜ ਪ੍ਰਵੇਸ਼ਤ ਭਈ। ਹਾਂ ਖਬਰ ਦੇ ਲਈ ਕਹਿੰਦੇ ਉਹਨਾਂ ਮੁਗਲਾਂ ਦੇ ਵਿੱਚ ਪ੍ਰਵੇਸ਼ ਕੀਤਾ ਸੀ। ਤਮਾਹੁ ਤੋ ਇੱਕ ਪਠਤ ਮਲਾਨ। ਉਸ ਵੇਲੇ ਕਹਿੰਦੇ ਉੱਥੇ ਇੱਕ ਮੌਲਵੀ ਸੀ ਜਿਹੜਾ ਗੁਪਤ ਰੂਹਾਂ ਦੇ ਬਾਰੇ ਜਾਣਦਾ ਸੀ। ਭੂਤਨ ਵਿਦਿਆ ਵਿਖੈ ਬਖਮਹਾਨਾ। ਆ ਇਹਨਾਂ ਗੁਪਤ ਰੂਹਾਂ ਦੀ ਜਿਹੜੀ ਵਿਦਿਆ ਸੀ, ਕਹਿੰਦੇ ਆ ਜਿਹੜਾ ਮੌਲਵੀ ਇਹਦੇ ਚ ਬੜਾ ਮਹਾਨ ਸੀ, ਉਹਨੇ ਪਰਖ ਕਰ ਲਈ ਕਿ ਇਹ ਕੋਈ ਗੁਪਤ ਰੂਹ ਗੁਰੂ ਨੇ ਭੇਜੀ। ਲਖੀ ਭੂਤਨੀ ਕੀ ਗਤ ਤਾਹੂ। ਹਾਂ ਉਸ ਵੇਲੇ ਗੁਪਤ ਰੂਹ ਦੀ ਸਾਰੀ ਜਿਹੜੀ ਜਾਣਕਾਰੀ ਸੀ ਉਹਨੇ ਜਾਣ ਲਈ। ਸੁਧ ਹਿਤ ਪਹੁੰਚੀ ਲਸ਼ਕਰ ਮਾਹੂ। ਹਾਂ ਜਾਣ ਲਿਆ ਮੌਲਵੀ ਨੇ ਕਿ ਸਾਡੇ ਵਿੱਚ ਸੁਧ ਖਬਰ ਲੈਣ ਲਈ ਪਹੁੰਚੀਏ। ਮੰਤਰਨ ਸੰਗ ਪਕਰ ਸੋ ਲਈ। ਕਹਿੰਦੇ ਮੌਲਵੀ ਨੇ ਬੜੇ ਜੰਤਰ ਮੰਤਰ ਜੇ ਮਾਰ ਕੇ ਆ ਗੁਪਤ ਰੂਹ ਨੂੰ ਕਾਬੂ ਕੀਤਾ। ਭਗਤਨ ਸੌਂਪ ਕੈਦ ਕਰ ਗਦਈ। ਹਾਂ ਤੇ ਜਿਹੜੇ ਹੋਰ ਗੁਪਤ ਰੂਹਾਂ ਦੇ ਵਿੱਚ ਇਹਨੂੰ ਕੈਦ ਕਰ ਲਿਆ। ਲੋਕੋ ਸੁਧ ਭਈ ਨਾ ਆਏ। ਹਾਂ ਤੇ ਉਧਰ ਭਾਈ ਬਹਿਲੋ ਢੀਕਦਾ ਸੀ ਕਿ ਆ ਕੇ ਮੈਨੂੰ ਖਬਰ ਦਵੇਗੀ, ਪਰ ਭਾਈ ਬਹਿਲੋ ਨੂੰ ਕੋਈ ਖਬਰ ਨਾ ਪਹੁੰਚੀ। ਨਿਸ਼ਚੈ ਧਰੋ ਕਿ ਇਹ ਸੁਧ ਲਿਆਏ। ਆ ਮਨ ਦੇ ਵਿੱਚ ਨਿਸ਼ਚਾ ਕੀਤਾ ਸੀ ਕਿ ਮੇਰੇ ਕੋਲ ਆ ਕੇ ਆ ਫੌਜਾਂ ਦੀ ਸਾਰੀ ਖਬਰ ਦਵੇਗੀ। ਗੁਰ ਟੇਕ ਬੈਠਿਓ ਤਬ ਜਾਈ। ਉਸ ਵੇਲੇ ਭਾਈ ਬਹਿਲੋ ਜਾ ਕੇ ਛੇਵੇਂ ਪਾਤਸ਼ਾਹ ਦੇ ਕੋਲ ਬੈਠਾ ਜਿਸ ਮਹਿ ਚਿਰ ਨਰ ਸਮੁਦਾਈ। ਤੇ ਮਹਾਰਾਜ ਦੇ ਚਵੇਂ ਪਾਸੇ ਕਹਿੰਦੇ ਵੱਡੇ ਵੱਡੇ ਸੂਰਮੇ ਆਪਣੇ ਹੱਥਾਂ 'ਚ ਹਥਿਆਰ ਫੜ ਕੇ ਖੜੇ ਹਨ। ਸਾਦਰ ਨਿਕਟ ਬਿਠਾਇਓ ਜਬੈ। ਪਾਤਸ਼ਾਹ ਨੇ ਚੰਗੇ ਤਰੀਕੇ ਨਾਲ ਭਾਈ ਬਹਿਲੋ ਦੇ ਕੋਲੋਂ ਪੁੱਛਗਿੱਛ ਕਰਕੇ ਆਪਣੇ ਕੋਲ ਹੀ ਬਿਠਾ ਲਿਆ। ਸਕਾਵਤ ਬੋਲੇ ਗੁਰ ਤਬੈ। ਅੰਤਰਜਾਮੀ ਸਤਿਗੁਰੂ ਦਾ ਸਭ ਕੁਝ ਜਾਣਦੇ ਸਨ ਕਿ ਇਹਨਾਂ ਨੇ ਗੁਪਤ ਰੂਹ ਨੂੰ ਫੜ ਲਿਆ। ਐਵੇਂ ਮੁਖ ਦੇ ਵਿੱਚੋਂ ਕਹਿੰਦੇ ਥੋੜਾ ਜਿਹਾ ਹੱਸ ਕੇ ਪਾਤਸ਼ਾਹ ਨੇ ਪੁੱਛਿਆ, ਕਹ ਭਾਈ ਸੁਧ ਲਸ਼ਕਰ ਕੇਰੀ। ਕਹਿਣ ਲੱਗੇ ਭਾਈ ਬਹਿਲੋ ਦੱਸਣਾ ਕਰ, ਆ ਫੌਜਾਂ ਦੀ ਖਬਰ ਪਤਾ ਲੱਗੀ ਕਿ ਨਹੀਂ? ਪੁੱਛ ਕੇ ਹੈ ਮੁਕਾਮ ਇਸ ਡੇਰੀ। ਫੌਜਾਂ ਕੂਚ ਕਰ ਗਈਆਂ ਕਿ ਅਜੇ ਵੀ ਉਸੇ ਜਗ੍ਹਾ ਤੇ ਬੈਠੀਆਂ ਨੇ? ਭਇਓ ਦੋਨੋਂ ਕਰ ਜੋਰੇ। ਐਵੇਂ ਦੋਵੇਂ ਹੱਥ ਜੋੜ ਕੇ ਕਹਿੰਦੇ ਭਾਈ ਬਹਿਲੋ ਕਹਿਣ ਲੱਗਾ, ਤੁਰਕ ਕੀ ਕੂਚ ਕਰੇ ਇਤ ਓਰੇ। ਸੱਚੇ ਪਾਤਸ਼ਾਹ ਅਜੇ ਪਤਾ ਨਹੀਂ ਲੱਗਾ ਤੁਰਕਾਂ ਨੇ ਕੂਚ ਕੀਤੀ ਕਿ ਨਹੀਂ। ਜੇ ਕੂਚ ਕੀਤੀ ਹੁੰਦੀ ਤਾਂ ਉਹ ਗੁਪਤ ਰੂਹ ਨੇ ਆ ਕੇ ਮੈਨੂੰ ਦੱਸ ਦੇਣਾ ਸੀ। ਤਦ ਛਿਨਹਿ ਸੁਧ ਮੋਟਿਕ ਆਏ। ਇਸ ਲਈ ਛੇਤੀ ਨਾਲ ਹੀ ਮੇਰੇ ਕੋਲ ਖਬਰ ਤਾਂ ਪਹੁੰਚ ਜਾਣੀ ਸੀ ਪਾਤਸ਼ਾਹ। ਬਰਾਬਰ ਕੋ ਦਿਓ ਸੁਨਾਏ। ਤੇ ਮੈਂ ਤੁਹਾਨੂੰ ਸਾਰੀ ਖਬਰ ਹੀ ਆ ਕੇ ਸੁਣਾ ਦੇਵਾਂਗਾ। ਅੰਤਰਜਾਮੀ ਗੁਰੂ ਬਖਾਨਾ। ਕਹਿੰਦੇ ਅੰਤਰਜਾਮੀ ਸਤਿਗੁਰਾਂ ਨੇ ਸਾਰਾ ਕੁਝ ਜਾਣਿਆ ਹੋਇਆ ਸੀ। ਐਵੇਂ ਆਪਣੇ ਮੁਖ ਦੇ ਵਿੱਚੋਂ ਕਹਿਣ ਲੱਗੇ ਪਾਤਸ਼ਾਹ। ਭਇਓ ਕੂਚ ਲਸ਼ਕਰ ਪ੍ਰਸਥਾਨਾ। ਮਹਾਰਾਜ ਕਹਿਣ ਲੱਗੇ ਭਾਈ ਬਹਿਲੋ ਫੌਜਾਂ ਦੇ ਦਲ ਤਾਂ ਕਦੋਂ ਦੇ ਕੂਚ ਕਰਕੇ ਉਥੋਂ ਚੱਲ ਆਏ। ਭੂਤਨੀ ਤੋਹੇ ਪਠਾਈ। ਜਿਹੜੀ ਤੂੰ ਗੁਪਤ ਰੂਪ ਭੇਜੀ ਸੀ ਇਹ ਤਾਂ ਉੱਥੇ ਹੀ ਕੈਦ ਕਰ ਲਈ ਮੁਗਲਾਂ ਨੇ। ਮੁਲਾਨੇ ਤਿੰਨ ਸੁਧ ਪਾਈ। ਇੱਕ ਉਹਨਾਂ ਦੇ ਵਿੱਚ ਮੁਲਾਣਾ ਸੀ ਮੌਲਵੀ, ਉਹਨੇ ਕੈਦ ਹੀ ਕੀਤਾ ਏ। ਇਸ ਕੋ ਅਬ ਤਜ ਦੇਖੋ ਪ੍ਰਵਾਸਾ। ਹੁਣ ਤਾਂ ਉਹਦਾ ਤੂੰ ਧੀਰਜ ਛੱਡ ਦੇ ਕੇ ਤੇਰੇ ਕੋਲ ਆਵੇਗੀ ਵਾਪਸ। ਸੋ ਨਹਿ ਛੂਟਹਿ ਕਰਮ ਬਿਨਾਸਾ। ਭਾਈ ਬਹਿਲੋ ਉਹ ਤਾਂ ਹੁਣ ਛੁੱਟਦੀ ਨਹੀਂ, ਉਹਦੀ ਕੈਦ ਦੇ ਵਿੱਚ ਹੀ ਰਵੇਗੀ। ਸੁਨ ਗੁਫ ਬਦਨ ਸਕਲ ਬਿਸਮਾਏ। ਉਸ ਵੇਲੇ ਸੁਣ ਕੇ ਸਾਰੀ ਵਾਰਤਾ ਨੂੰ ਕਹਿੰਦੇ ਭਾਈ ਬਹਿਲੋ ਬੜਾ ਹੈਰਾਨ ਹੋਇਆ। ਤਬ ਬਹਿਲੋ ਬਹੁ ਭੂਤ ਪਠਾਏ। ਉਸ ਵੇਲੇ ਕਹਿੰਦੇ ਭਾਈ ਬਹਿਲੋ ਨੇ ਬੜੀਆਂ ਗੁਪਤ ਰੂਹਾਂ ਨੂੰ ਇਕੱਠਿਆਂ ਕਰਕੇ ਫੌਜਾਂ ਵੱਲ ਭੇਜ ਦਿੱਤਾ। ਤਤ ਛਿਨ ਸੁਧ ਆਨ ਸੁਨਾਈ। ਫਿਰ ਸਾਰਿਆਂ ਨੇ ਛੇਤੀ ਨਾ ਆ ਕੇ ਪਾਤਸ਼ਾਹ ਨੂੰ ਖਬਰ ਦੇ ਦਿੱਤੀ। ਗਈ ਭੂਤਨੀ ਸੈਨ ਸੋ ਆਈ। ਸਾਰਿਆਂ ਆ ਕੇ ਦੱਸਿਆ ਭਾਈ ਬਹਿਲੋ ਜੀ ਆ ਜਿਹੜੀ ਗੁਪਤ ਰੂਹ ਤੁਸੀਂ ਭੇਜੀ ਸੀ ਇਹ ਤਾਂ ਉਹਨਾਂ ਨੇ ਕੈਦ ਹੀ ਕਰ ਲਈ ਮੌਲਵੀ ਨੇ। ਸਬਦ ਸੁਨਿਓ ਮਨ ਮੈਂ ਸੁਖ
ਪਾਏ। ਕਹਿੰਦੇ ਜਦੋਂ ਸਾਰਿਆਂ ਨੇ ਸੁਣਿਆ ਕਿ ਫੌਜ ਕੂਚ ਕਰ ਆਈ ਏ, ਆਪਣੇ ਮਨ ਦੇ ਵਿੱਚ ਬੜੇ ਹੀ ਹੈਰਾਨ ਹੋ ਕੇ ਤਿਆਰ ਹੋ ਗਏ। ਧੰਨ ਧੰਨ ਸਤਿਗੁਰੂ ਅਲਾਏ। ਨਾਲ ਬੜੇ ਖੁਸ਼ ਹੋ ਕੇ ਫੌਜ ਸੱਚੇ ਪਾਤਸ਼ਾਹ ਨੂੰ ਧੰਨ ਧੰਨ ਕਹਿੰਦੀ ਵਾਰ-ਵਾਰ। ਦੋਹਰਾ ਸਰਤਾ ਉਤਰੇ ਜਾਮਨੀ। ਹਾਂ ਕਵੀ ਜੀ ਹੁਣ ਫੌਜਾਂ ਬਾਰੇ ਦੱਸਦੇ ਨੇ ਅਗਲੇ ਅਧਿਆਏ ਵਿੱਚ। ਕਹਿੰਦੇ ਜਿਸ ਵੇਲੇ ਨਦੀ ਦੇ ਕਿਨਾਰੇ ਫੌਜ ਆ ਕੇ ਰੁਕੀ ਸੀ, ਸਗਲੇ ਮੁਸ਼ਕਲ ਹੋਏ। ਇਹਨਾਂ ਵਾਸਤੇ ਬੜੀ ਮੁਸ਼ਕਲ ਹੋ ਗਈ ਕਿ ਨਦੀ ਨੂੰ ਕਿਵੇਂ ਪਾਰ ਕਰੀਏ, ਬੜੀ ਫੌਜ ਸੀ। ਖਾਨ ਪਾਨ ਪ੍ਰਾਪਤ ਕਿਸੂ। ਕਿਸੇ ਨੇ ਵੀ ਕੋਈ ਖਾਣ ਪੀਣ ਦੀ ਵਸਤੂ ਤਾਂ ਪ੍ਰਾਪਤ ਨਹੀਂ ਸੀ ਕੀਤੀ। ਰਹੇ ਸ਼ੂਸ਼ ਹੀ ਕੋਏ। ਸਾਰੇ ਮੁਗਲ ਕਹਿੰਦੇ ਭੁੱਖੇ ਹੀ ਰਹੇ ਨੇ। ਕਹੋ ਭਾਈ ਜੁਗਤੈ ਜਾਮ ਕੀਨ ਬਿਸਰਾਮੇ। ਐਵੇਂ 3 ਜਾਮ ਤੁਰ ਕਰਕੇ ਫੌਜਾਂ ਨੇ ਬਜੇ ਕੂਚ ਦੇ 20 ਹਮਦ ਮਾਮੇ। 3 ਘੜੀਆਂ ਫਿਰ ਇਹਨਾਂ ਆਰਾਮ ਕੀਤਾ ਤੇ ਜਦੋਂ ਨਗਾਰਿਆਂ ਧੌਂਸਿਆਂ ਤੇ ਚੋਟਾਂ ਵੱਜੀਆਂ ਸਾਰੇ ਹੀ ਤਿਆਰ ਹੋ ਗਏ। ਮਹਾ ਸੀਤ ਮਹਿ ਮੁਸ਼ਕਲ ਹੋਏ। ਕਵੀ ਜੀ ਕਹਿੰਦੇ ਠੰਡ ਦਾ ਵੀ ਸਮਾਂ ਸੀ, ਬੜੀ ਔਖੀ ਗੱਲ ਹੋ ਗਈ ਸਾਰਿਆਂ ਲਈ। ਸੋਨ ਚਰਨ ਅਰ ਕਰ ਸਭ ਕੋਏ। ਸਾਰਿਆਂ ਨੇ ਆਵਾਜ਼ ਨੂੰ ਸੁਣ ਕੇ ਨਗਾਰੇ ਦੀ ਐ ਤਿਆਰ ਹੋ ਗਏ। ਅਗਨੀ ਜਾਰ ਜਾਰ ਠਰ ਖੋਵੈ। ਠਰਦੇ ਠਰਦੇ ਕਹਿੰਦੇ ਅੱਗ ਬਾਲੀ ਏ, ਅੱਗ ਦੇ ਕੋਲ ਜਾ ਕੇ ਆਪਣੇ ਸਰੀਰ ਨੂੰ ਨਿੱਘ ਜਿਹਾ ਦਿੰਦੇ। ਚਾਰ ਜੀਨ ਹੈ ਤਿਆਰੀ ਹੋਵੈ। ਐਵੇਂ ਫਿਰ ਘੋੜਿਆਂ ਦੀ ਪਿੱਠ ਤੇ ਕਾਠੀਆਂ ਪਾ ਕੇ ਇਹਨਾਂ ਮੁਗਲਾਂ ਨੇ ਤਿਆਰੀ ਕਰ ਲਈ। ਫੇਰ ਹੋਤ ਹੀ ਸੈਨਾ ਚਾਲੀ। ਦਿਨ ਚੜ੍ਹਦਿਆਂ ਹੀ ਸਾਰੀ ਸੈਨਾ ਨੇ ਕੂਚ ਕਰ ਦਿੱਤੀ। ਵਸਤਰ ਸ਼ਸਤਰ ਸਭ ਲੀਨ ਸੰਭਾਲੀ। ਸਾਰੇ ਵਸਤਰ ਸ਼ਸਤਰ ਹਥਿਆਰਾਂ ਨੂੰ ਇਹਨਾਂ ਮੁਗਲਾਂ ਨੇ ਇਕੱਠਾ ਕੀਤਾ। ਜੈ ਭਇਓ ਸੂਰਜ ਭਗਵਾਨ। ਐਵੇਂ ਕਹਿੰਦੇ ਅਸਮਾਨ ਦੀ ਹਿੱਕ ਨੂੰ ਪਾੜ ਕੇ ਸੂਰਜ ਭਗਵਾਨ ਵੀ ਬਾਹਰ ਨਿਕਲ ਆਇਆ। ਸੀਤ ਬਿਨਾਸਿਓ ਮਗ ਪ੍ਰਸਥਾਨ। ਸਾਰੀ ਠੰਡ ਦੂਰ ਹੋ ਗਈ, ਰਸਤੇ ਵੱਲ ਚੱਲ ਪਏ ਮੁਗਲ। ਲਲਾ ਬੇਗ ਜਬ ਪੁਰ ਮੈਂ ਧਾਇਓ। ਜਿਸ ਵੇਲੇ ਕਹਿੰਦੇ ਲਲਾ ਬੇਗ ਨਗਰ ਦੇ ਵਿੱਚ ਪ੍ਰਵੇਸ਼ ਕੀਤਾ, ਹੇਤ ਹੇਤ ਇੱਕ ਦੂਤ ਪਠਾਇਓ। ਉਸ ਵੇਲੇ ਕਹਿੰਦੇ ਕਾਂਗੜ ਨਗਰ ਦੇ ਵਿੱਚ ਜਦੋਂ ਲਲਾ ਬੇਗ ਆਇਆ, ਇਹਨੇ ਆਪਣਾ ਇੱਕ ਦੂਤ ਜਿਹਾ ਭੇਜਿਆ ਕਿ ਜਾ ਕੇ ਸਾਰੀ ਖਬਰ ਲੈ ਆਵੇ। ਤੇਰਾ ਕਹਾਂ ਸੈਨ ਹੈ ਕੀਤੀ। ਦੂਤ ਨੂੰ ਭੇਜਿਆ ਕਿ ਜਾ ਕੇ ਪਤਾ ਕਰ ਕਿੰਨੀ ਕੁ ਸੈਨਾ ਹੈ ਤੇ ਡੇਰਾ ਕਿੱਥੇ ਕੀਤਾ। ਵਿੱਚ ਪ੍ਰਵੇਸ਼ ਹੋਏ ਹੇਰਹੁ ਤੇਤੀ। ਉਹਨਾਂ ਦੇ ਵਿੱਚ ਪ੍ਰਵੇਸ਼ ਕਰਕੇ ਵੇਖਣਾ ਕਰੀ ਕਿ ਕਿੰਨੀ ਕੁ ਫੌਜ ਹੈ, ਕਿੰਨੀ ਤਿਆਰੀ ਕੀਤੀ। ਤਬ ਹਮ ਲਰਹਿ ਸੋ ਪਰਖੋ ਕਾਲ। ਚੰਗੇ ਤਰੀਕੇ ਨਾਲ ਪਰਖ ਕਰਕੇ ਸਾਨੂੰ ਦੱਸ ਦੇ, ਫੇਰ ਅਸੀਂ ਜਾ ਕੇ ਲੜਾਈ ਜੰਗ ਕਰਾਂਗੇ। ਕਾਰਨ ਆਗੇ ਤੂੰ ਚਾਲ। ਇਸ ਕਰਕੇ ਦੂਤ ਨੂੰ ਕਹਿਣ ਲੱਗਾ ਤੂੰ ਅੱਗੇ ਹੋ ਕੇ ਚੱਲ ਪੈ। ਹੈ ਕੋ ਤਿਆਗ ਗ੍ਰਾਮ ਕਿਸ ਮਾਹੀ। ਐਵੇਂ ਉਸ ਦੂਤ ਨੇ ਕਹਿੰਦੇ ਆਪਣੇ ਘੋੜੇ ਨੂੰ ਛੱਡ ਕੇ ਨਗਰ ਦੇ ਵਿੱਚ ਪ੍ਰਵੇਸ਼ ਕਰ ਲਿਆ ਦੇਖ ਆਪਨੋ ਰਾਖਿਓ ਨਾਹੀ। ਤੇ ਆਪਣਾ ਸਾਰਾ ਹੀ ਭੇਸ ਬਦਲ ਕੇ ਸੇਵਕ ਏਕ ਸੰਗ ਜਹ ਲੀਨੇ। ਆਪਣੇ ਨਾਲ ਇੱਕ ਸੇਵਕ ਦਾਸ ਲੈ ਲਿਆ। ਗੁਰਦਲ ਮੈਂ ਪ੍ਰਵੇਸ਼ ਕੋ ਕੀਨੋ। ਐਵੇਂ ਗੁਰੂ ਦੀ ਫੌਜ ਦੇ ਵਿੱਚ ਕਹਿੰਦੇ ਆ ਲਲਾ ਬੇਗ ਨੇ ਜਿਹੜਾ ਦੂਤ ਭੇਜਿਆ ਸੀ, ਇਹਨੇ ਜਾ ਕੇ ਪ੍ਰਵੇਸ਼ ਕੀਤਾ। ਸੰਧਿਆ ਸਮੇਂ ਵਿਘਨ ਹਿਤ ਫਿਰਿਓ। ਉਸ ਵੇਲੇ ਸੰਧਿਆ ਸ਼ਾਮ ਦਾ ਸਮਾਂ ਹੋਇਆ ਤੇ ਸਿੱਖਾਂ ਨੇ ਜਾਣ ਲਿਆ। ਜਲ ਘਨ ਨੀਰ ਤਾਲ ਕੋ ਘਿਰਿਓ। ਉਸ ਵੇਲੇ ਜਦੋਂ ਸ਼ਾਮ ਦਾ ਸਮਾਂ ਹੋਇਆ, ਇਹਨੇ ਆ ਕੇ ਵੇਖਿਆ ਕਿ ਗੁਰੂ ਦੀਆਂ ਫੌਜਾਂ ਨੇ ਤਾਂ ਵੱਡੇ ਤਲਾਬ ਨੂੰ ਹੀ ਘੇਰਾ ਪਾਇਆ। ਫਿਰਤ ਫਿਰਤ ਸੈਨਾ ਕੇ ਮਾਹੀ। ਐਵੇਂ ਸਾਰੀ ਫੌਜਾਂ ਦੇ ਵਿੱਚ ਕਹਿੰਦੇ ਫਿਰ ਫਿਰ ਕੇ ਐ ਚੰਗੀ ਤਰ੍ਹਾਂ ਸੋਝੀ ਪਾਉਂਦਾ। ਕਮਨਿਓ ਰਾਏ ਚਮੂ ਕੇ ਮਾਹੀ। ਐਵੇਂ ਮਨ ਦੇ ਵਿੱਚ ਵਿਚਾਰ ਕਰਦਾ ਕਿ ਬਾਦਸ਼ਾਹ ਦੀਆਂ ਫੌਜਾਂ ਤੇ ਬੜੀਆਂ ਵੱਡੀਆਂ ਨੇ। ਤਿਨਹੂ ਪਰਖਿਓ ਮਨੁੱਖ ਪ੍ਰਾਨ। ਉਸ ਵੇਲੇ ਪਾਤਸ਼ਾਹ ਦੇ ਕੋਲ ਜਿਹੜੇ ਸੂਰਮੇ ਸਨ, ਕਹਿੰਦੇ ਉਹਨਾਂ ਨੇ ਵੀ ਜਾਣ ਲਿਆ ਕਿ ਆ ਜਿਹੜਾ ਬੰਦਾ ਜਿਹਾ ਤੁਰਿਆ ਫਿਰਦਾ ਇਹ ਸਾਡੀ ਪਰਖ ਦੇ ਵਿੱਚ ਨਹੀਂ ਆਉਂਦਾ, ਕੋਈ ਬਾਹਰੋਂ ਹੀ ਰਲ ਗਿਆ। ਕਹਿ ਬੂਝਿਓ ਨਹਿ ਜਾਏ ਬਖਾਨਾ। ਉਸ ਵੇਲੇ ਕਹਿੰਦੇ ਸਿੰਘਾਂ ਸੂਰਮਿਆਂ ਨੇ ਜਾ ਕੇ ਆ ਦੂਤ ਨੂੰ ਬਾਹ ਤੋਂ ਫੜ ਲਿਆ। ਅਰਸ਼ਿਨ ਜਿਸ ਕੀ ਪਾਗ ਉਤਾਰੀ। ਕਾਲੀ ਦੇ ਨਾਲ ਸਾਰੇ ਸੂਰਮਿਆਂ ਨੇ ਕਹਿੰਦੇ ਫੜ ਕੇ ਆ ਦੂਤ ਨੂੰ ਉਹਦੀ ਪੱਗ ਨੂੰ ਖੋਲ ਲਿਆ। ਇਸ ਕੈ ਬਾਂਝ ਕਰੀ ਬਹੁਤ ਮਾਰੀ। ਬਾਹਾਂ ਬੰਨ ਕੇ ਇਹਦੀਆਂ ਮੁਸ਼ਕਾਂ ਬੜੀ ਛੇਤੀ ਕੁੱਟਣਾ ਸ਼ੁਰੂ ਕਰ ਦਿੱਤਾ। ਬੜੀ ਕਸ਼ਟ ਤੇ ਦੂਰ ਭੂਰ ਦੁਹਾਈ। ਜਦੋਂ ਮਾਰ ਪਈ ਤੇ ਕਹਿੰਦੇ ਮਾਰ ਨੂੰ ਖਾਂਦਾ ਆਇਆ ਪੀੜ ਦੇ ਨਾਲ ਤੜਫਦਾ ਸਾਰੀ ਗੱਲ ਦੱਸਣ ਲੱਗਾ। ਸਤਿਗੁਰ ਮੋਹ ਲਿਹੋ ਛੁਡਾਈ। ਕਹਿਣ ਲੱਗਾ ਸੱਚੇ ਪਾਤਸ਼ਾਹ ਹੁਣ ਮੈਨੂੰ ਬਚਾ ਲੇਵੋ। ਭਰਿਆ ਸ਼ੋਰ ਸਗਰੇ ਨਰ ਧਾਏ। ਕਹਿੰਦੇ ਜਦੋਂ ਬੜਾ ਰੋਲਾ ਪਿਆ ਦੂਤ ਨੂੰ ਮਾਰ ਪੈਂਦੀ ਦਾ, ਸਾਰੇ ਹੀ ਜਿਹੜੇ ਸਿੱਖ ਸੂਰਮੇ ਸਨ
ਇਕੱਠੇ ਹੋ ਆਏ। ਕਹਿਓ ਤਾੜ ਕਰ ਗੁਰ ਟਿਕ ਲਿਆਏ। ਉਸ ਵੇਲੇ ਆ ਦੂਤ ਨੂੰ ਫੜ ਕੇ ਸੱਚੇ ਪਾਤਸ਼ਾਹ ਦੇ ਕੋਲ ਹੀ ਲੈ ਗਏ। ਸ੍ਰੀ ਹਰਿਗੋਬਿੰਦ ਸੁਣਤ ਦੁਹਾਈ। ਉਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆ ਜਦੋਂ ਚੋਰ ਦੀਆਂ ਦੁਹਾਈਆਂ ਆਵਾਜ਼ਾਂ ਸੁਣੀਆਂ, ਹਰ ਵਿਦਿਆ ਮੁਸ਼ਕੈ ਖੁਲਵਾਈ। ਪਾਤਸ਼ਾਹ ਕਹਿਣ ਲੱਗੇ, ਬਾਬਾ ਬਿਧੀ ਚੰਦ ਜੀ ਆ ਦੂਤ ਦੀਆਂ ਬਾਹਾਂ ਖੋਲ ਦਿਓ। ਸੰਗ ਆਨ ਥਿਰ ਕਰਿਓ ਹਜੂਰੇ। ਆ ਐਵੇਂ ਕਹਿੰਦੇ ਕੋਲ ਆ ਕੇ ਪਾਤਸ਼ਾਹ ਦੇ ਖੜਾ ਹੋਇਆ। ਫਿਰ ਫੇਰ ਬੋਲੇ ਸਤਿਗੁਰ ਪੂਰੇ। ਆ ਉਸ ਵੇਲੇ ਸੱਚੇ ਪਾਤਸ਼ਾਹ ਨੇ ਵੇਖ ਕੇ ਇਹਦੇ ਵੱਲ ਮਹਾਰਾਜ ਮੁਖ ਚੋਂ ਬੋਲੇ। ਉਹ ਹੈ ਤੂੰ ਕਿਤ ਤੇ ਚੱਲ ਆਇਓ। ਆ ਬਾਦਸ਼ਾਹ ਕਹਿਣ ਲੱਗੇ, ਭਾਈ ਤੂੰ ਕੌਣ ਹੈ ਤੇ ਕਿੱਥੋਂ ਚੱਲ ਕੇ ਆਇਆ ਫੌਜਾਂ ਵਿੱਚ? ਉਹ ਸਾਜ ਨਤ ਦਹਿਰ ਮਰਵਾਇਓ। ਆ ਸੱਚੀ ਸੱਚੀ ਗੱਲ ਦੱਸ ਦੇ, ਨਹੀਂ ਤਾਂ ਸਿੱਖਾਂ ਨੂੰ ਫੜਾ ਕੇ ਮਾਰ ਦੇਵਾਂਗਾ ਤੈਨੂੰ। ਦਰਦ ਮਾਰ ਤੇ ਸਾਚ ਬਖਾਨਾ। ਐਵੇਂ ਕਹਿੰਦੇ ਮਾਰ ਤੋਂ ਡਰਦਾ ਹੋਇਆ ਸਾਰੀ ਗੱਲ ਨੂੰ ਸੱਚ ਹੀ ਦੱਸ ਗਿਆ। ਜਬ ਜੀ ਤਜੋ ਕੇ ਕਰ ਦੇਹੁ ਹਾਨਾ। ਆ ਸੱਚੇ ਪਾਤਸ਼ਾਹ ਮੈਨੂੰ ਛੱਡ ਦੇਵੋ ਜਾਂ ਤਾਂ ਮੈਨੂੰ ਮਾਰ ਹੀ ਦਿਓ। ਉਹ ਸਾਚ ਮੈਂ ਆਪ ਅਗਾਰੀ। ਹੁਣ ਤਾਂ ਸਾਰੀ ਗੱਲ ਮੈਂ ਸੱਚੀ ਤੁਹਾਨੂੰ ਦੱਸਾਂਗਾ। ਲਲਾ ਬੇਗ ਕਾਬਲ ਪਤ ਭਾਰੀ। ਸੱਚੇ ਪਾਤਸ਼ਾਹ ਜਿਹੜਾ ਲਲਾ ਬੇਗ ਕਾਬਲ ਦਾ ਵੱਡਾ ਜਰਨੈਲ ਹੈ, ਹੇਤ ਹੈ ਕਿਰਪਾ ਨਿਕੇਤ। ਮੈਨੂੰ ਪਾਤਸ਼ਾਹ ਜੀ ਤੁਹਾਡੀ ਫੌਜਾਂ ਦੇ ਵਿੱਚ ਭੇਜਿਆ ਸੀ ਕਿ ਆ ਕੇ ਸਾਰਾ ਤੁਹਾਡਾ ਭੇਦ ਲੈ ਲਵਾਂ। ਪਠਿਓ ਮੋਹੇ ਬੜ ਸ਼ੀਕਰ ਸਮੇਤ। ਹਾਂ ਬੜੀ ਛੇਤੀ ਹੀ ਮੈਨੂੰ ਤੁਹਾਡੇ ਵੱਲ ਭੇਜ ਦਿੱਤਾ ਉਹਨੇ। ਪ੍ਰਵੇਸ਼ ਮੈਂ ਸਕਲ ਨਿਹਾਰਾ। ਪਾਤਸ਼ਾਹ ਜੀ ਇੱਥੇ ਫੌਜ ਦੇ ਦਲ 'ਚ ਰਲ ਕੇ ਮੈਂ ਸਾਰਾ ਕੁਝ ਹੀ ਵੇਖ ਲਿਆ। ਪਛਾਨ ਲੀਨ ਬਹੁ ਮਾਰਾ। ਸਾਰੇ ਸੂਰਮਿਆਂ ਦੀ ਚੰਗੇ ਤਰੀਕੇ ਨਾਲ ਪਹਿਚਾਣ ਕਰ ਲਈ ਪਾਤਸ਼ਾਹ। ਸ੍ਰੀ ਗੁਰ ਤੁਮ ਪੀਰਨ ਕੇ ਪੀਰ। ਆ ਸੱਚੇ ਪਾਤਸ਼ਾਹ ਤੁਸੀਂ ਤਾਂ ਪੀਰਾਂ ਦੇ ਪੀਰ ਤੇ ਵੀਰਾਂ ਦੇ ਵੀਰ ਹੋ। ਲੋਕਨ ਕੇ ਮੀਰਨ ਮੀਰ। ਆ ਸੱਚੇ ਪਾਤਸ਼ਾਹ ਦੋਵਾਂ ਲੋਕਾਂ ਦੇ ਤੁਸੀਂ ਮਾਲਕ ਰੱਖਕ ਹੋ। ਤੁਹਾਡੇ ਵਰਗਾ ਨਾ ਤਾਂ ਸੂਰਮਾ ਕੋਈ ਅਜੇ ਪੈਦਾ ਹੋਇਆ ਤੇ ਨਾ ਹੀ ਕੋਈ ਪੈਦਾ ਹੋ ਸਕਦਾ ਇਸ ਦੁਨੀਆ ਵਿੱਚ। ਸ੍ਰੀ ਗੁਰ ਤੁਮ ਪੀਰਨ ਕੇ ਪੀਰ। ਆ ਸੱਚੇ ਪਾਤਸ਼ਾਹ ਤੁਸੀਂ ਸੂਰਮਿਆਂ ਦੇ ਵੀ ਸੂਰਮੇ ਹੋ। ਲੋਕਨ ਕੇ ਮੀਰਨ ਮੀਰ। ਆ ਦੋਵਾਂ ਲੋਕਾਂ ਦੇ ਵਿੱਚ ਤੁਹਾਡਾ ਹੀ ਹੁਕਮ ਚੱਲਦਾ। ਸ੍ਰੀ ਹਰਿਗੋਬਿੰਦ ਪੂਜਨ ਠਾਨਾ। ਸੱਚੇ ਪਾਤਸ਼ਾਹ ਜੀ ਉਸ ਵੇਲੇ ਕਹਿੰਦੇ ਆ ਦੂਤ ਬੜਾ ਹੀ ਨਥਾਵਾਂ ਜਿਹਾ ਬਣ ਕੇ ਨਿਮਾਣਾ ਜਿਹਾ ਬਣ ਕੇ ਪਾਤਸ਼ਾਹ ਅੱਗੇ ਹੱਥ ਜੋੜਦਾ, ਪਾਤਸ਼ਾਹ ਮੈਨੂੰ ਲਲਾ ਬੇਗ ਨੇ ਭੇਜਿਆ ਤੁਹਾਡੇ ਕੋਲ ਆ ਕੇ ਸਾਰੀ ਸੋਝੀ ਲੈਣ ਦੇ ਲਈ। ਇਸ ਲਈ ਤੁਹਾਡੀ ਸੋਝੀ ਲਈ, ਪਰ ਜਾਣਿਆ ਕਿ ਲਲਾ ਬੇਗ ਦੇ ਕੋਲ ਭਾਵੇਂ 35,000 ਫੌਜਾਂ ਦਾ ਵੱਡਾ ਦਲ ਹੈ। ਪਾਤਸ਼ਾਹ ਤੁਹਾਡੇ ਸਿੰਘ ਥੋੜੀ ਗਿਣਤੀ 'ਚ ਨੇ, ਪਰ ਮੈਂ ਵੇਖ ਲਿਆ ਜਿੱਡੇ ਤਗੜੇ ਇਹਨਾਂ ਦੇ ਜੁੱਸੇ ਨੇ, ਜਿੰਨਾ ਤੇਜ ਪ੍ਰਤਾਪ ਇਹਨਾਂ ਦੇ ਚਿਹਰਿਆਂ ਤੇ ਆ। ਪਾਤਸ਼ਾਹ ਇਹਨਾਂ ਅੱਗੇ ਆ ਮੁਗਲਾਂ ਦੇ ਦਲ ਕੀ ਆ? ਤੁਹਾਡਾ ਪ੍ਰਤਾਪ ਜਿੱਡਾ ਹੈ ਪਾਤਸ਼ਾਹ, ਤੁਹਾਡੇ ਵਰਗਾ ਨਾ ਤਾਂ ਦੁਨੀਆ ਦੇ ਵਿੱਚ ਕੋਈ ਹੋਇਆ ਏ, ਨਾ ਪਾਤਸ਼ਾਹ ਤੁਹਾਡੀ ਕੋਈ ਰੀਸ ਕਰ ਸਕਦਾ। ਐਵੇਂ ਕਹਿੰਦੇ ਪਾਤਸ਼ਾਹ ਅੱਗੇ ਹੱਥ ਜੋੜ ਕੇ ਖੜਾ ਏ। ਐਵੇਂ ਅਧਿਆਏ ਦੀ ਹੁਣ ਇੱਥੇ ਕੁਝ ਕੁ ਸਮੇਂ ਦੀ ਵਿਸ਼ਰਾਮ ਲਾਉਂਦੇ ਆ। ਕੱਲ ਫੇਰ ਇਸੇ ਸਮੇਂ ਤੇ ਕਥਾ ਵਿਚਾਰ ਨੂੰ ਆਪਾਂ ਇੱਥੋਂ ਹੀ ਆਰੰਭ ਕਰਾਂਗੇ। ਹੁਣ ਸਮੇਂ ਦੀ ਸਮਾਪਤੀ ਹੈ। ਕਿਵੇਂ ਲਲਾ ਬੇਗ ਹੁਣ ਚੜ੍ਹਾਈ ਕਰਕੇ ਆਵੇਗਾ, ਅੱਗੋਂ ਪਾਤਸ਼ਾਹ ਦੇ ਨਾਲ ਟਾਕਰਾ ਹੋਵੇਗਾ, ਕਿਵੇਂ ਜੰਗ ਮਚਣਾ ਹੈ, ਕੱਲ ਦੇ ਪ੍ਰਸੰਗ ਦੇ ਵਿੱਚ ਆਪਾਂ ਮਿਲ ਬੈਠ ਕੇ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ। ਆਪ ਸਾਧ ਸੰਗਤ ਗੁਰੂ ਸਾਹਿਬ ਜੀ ਬਖਸ਼ਣ ਯੋਗ ਨੇ, ਅਣਜਾਣ ਜੀਵ ਸਮਝ ਕੇ ਬਖਸ਼ ਦੇਣਾ ਜੀ। ਆਓ ਆਖਰ ਵਿੱਚ ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ। ਦਲ ਪ੍ਰਵੇਸ਼ ਮੈਂ ਸਗਲ ਨਿਹਾਰਾ। ਪਟਨ ਪਛਾਨ ਲੀਨ ਬਹੁ ਮਾਰਾ। ਸ੍ਰੀ ਗੁਰ ਤੁਮ ਪੀਰਨ ਕੇ ਪੀਰ। ਦੋਹ ਲੋਕਨ ਕੇ ਮੀਰਨ ਮੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समरथ अगमा पूरन मोहे मया तार। अंधकूप महापयान नानक पारे उतार। नानक गुरु गोबिंद सिंह पूरन गुर अवतार।
जगमग जोत बिराज रही श्री अबचल नगर मजार। खंडा जाके हाथ में कलगी सो है शीस। सो हमारी रक्षा करे गुर कलगी धर जगदीश। खंडा जाके हाथ में कलगी सो है शीस। सो हमारी रक्षा करे गुर कलगी धर जगदीश। वाहिगुरु नाम जहाज है चढ़े सोतरे पार। जो शरदा कर सेम दे गुर पार उतारनहार। जो शरदा कर सेम दे गुर पार उतारनहार। वाहिगुरु जी का खालसा वाहिगुरु जी की फतेह।